दरबार साहब ते हमला होया। जिस दिन पहले दिन दरबार साहब दर्शनां लई खोलिया गया, मैं उत्थे हाजिर सी। मैं लोकां नूं रोंदे देखिया। उस दिन वो पीड़ मेरे अंदर बस गई, मैं भी रोया। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜੂਨ 1984 ਸਿੱਖ ਕੌਮ ਵਿੱਚ ਵਾਪਰਿਆ ਅਜਿਹਾ ਘੱਲੂਕਾਰਾ ਜਿਸ ਨੇ ਉਸ ਨੂੰ ਅੱਖੀਂ ਵੇਖਿਆ ਹੈ, ਉਸ ਦੀ ਰੂਹ ਅੱਜ ਵੀ ਤੜਪਦੀ ਹੈ। ਜਿਸ ਨੇ ਪਹਿਲੀ ਵਾਰ ਜਦੋਂ ਇਸ ਘੱਲੂਕਾਰੇ ਤੋਂ ਬਾਅਦ ਦਰਬਾਰ ਸਾਹਿਬ ਦੇ ਦਰਵਾਜ਼ੇ ਖੁੱਲੇ ਸਨ, ਜਦੋਂ ਉਹਨਾਂ ਨੇ ਅੰਦਰ ਦਾ ਨਜ਼ਾਰਾ ਵੇਖਿਆ ਸੀ ਤਾਂ ਉਹਨਾਂ ਸਿੰਘਾਂ ਦੀਆਂ, ਉਹਨਾਂ ਸਿੰਘਣੀਆਂ ਦੀਆਂ ਤਾਹਾਂ ਨਿਕਲ ਗਈਆਂ ਸਨ। ਆਤਮਾ ਚੀਕ ਉੱਠੀ ਸੀ ਕਿ ਕੌਮ ਦੇ ਅਜਿਹੀ ਤਸ਼ੱਦਦ ਕਿੱਦਾਂ ਆਪਣਿਆਂ ਨੇ ਹੀ ਫਰਾਈ ਹੈ, ਕਿੱਦਾਂ ਹਿੰਦ ਹਕੂਮਤ ਇੰਨੀ ਜ਼ਾਲਮ ਹੋ ਕੇ ਸਿੱਖ ਕੌਮ ਤੇ ਹੀ ਚੜ ਆਈ ਹੈ। ਪਰ ਇੰਦਰਾ ਗਾਂਧੀ ਨੇ ਅਜਿਹਾ ਕਿਉਂ ਕੀਤਾ? ਹਿੰਦ ਹਕੂਮਤ ਨੇ ਅਜਿਹਾ ਕਿਉਂ ਕੀਤਾ? ਬੇਕਸੂਰੇ ਸਿੰਘ ਕਿਉਂ ਸ਼ਹੀਦ ਕੀਤੇ ਗਏ? 100 ਸਾਲ ਅੰਗਰੇਜ਼ਾਂ ਨੇ ਰਾਜ ਕੀਤਾ ਪਰ ਉਹਨਾਂ ਨੇ ਕਦੇ ਸ਼੍ਰੀ ਦਰਬਾਰ ਸਾਹਿਬ ਤੇ ਅੱਖ ਨਹੀਂ ਸੀ ਚੱਕੀ। ਆਖਿਰ ਕਿਉਂ ਸਾਡਿਆਂ ਆਪਣਿਆਂ ਨੇ ਹੀ ਸਾਡਾ ਗੁਰੂ ਘਰ ਢਹਿ ਢੇਰੀ ਕੀਤਾ, ਮਰਿਆਦਾ ਭੰਗ ਕੀਤੀ, ਸਿੰਘ ਸ਼ਹੀਦ ਕੀਤੇ? ਇਹ ਸਭ ਦੱਸ ਰਹੇ ਨੇ ਹਿਸਟੋਰੀਅਨ ਸਰਦਾਰ ਅਜਮੇਰ ਸਿੰਘ, ਜੋ ਉਹਨਾਂ ਵਿੱਚੋਂ ਸਨ ਜਿਨ੍ਹਾਂ ਨੇ ਇਸ ਘੱਲੂਕਾਰੇ ਤੋਂ ਬਾਅਦ ਜਦੋਂ ਸ਼੍ਰੀ ਦਰਬਾਰ ਸਾਹਿਬ ਖੋਲ੍ਹੇ ਗਏ ਸਨ, ਸਭ ਤੋਂ ਪਹਿਲਾਂ ਇਸ ਸਥਾਨ ਦੇ ਦਰਸ਼ਨ ਜਿਹੜਾ ਕੀਤੇ ਸਨ। ਸਰਦਾਰ ਅਜਮੇਰ ਸਿੰਘ ਜੀ ਉਹਨਾਂ ਵਿੱਚ ਸ਼ਾਮਿਲ ਸਨ ਤੇ ਇਹ ਦਾਸਤਾਂ ਦੱਸਦਿਆਂ ਹੋਇਆਂ ਉਹ ਆਪ ਹੀ ਰੋ ਪਏ ਅਤੇ ਉਹਨਾਂ ਦੱਸਿਆ ਕਿ ਇਹ ਦੁਖਾਂਤ ਜੋ ਸਿੱਖ ਕੌਮ ਨਾਲ ਵਾਪਰਿਆ ਸੀ, ਕਿੱਦਾਂ ਇਸ ਦੁਖਾਂਤ ਨੇ ਉਹਨਾਂ ਦੀ ਆਤਮਾ ਝੰਜੋੜੀ ਤੇ ਕਿਉਂ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਤਬਦੀਲ ਹੋਈ। ਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਸਿਰਫ ਤੇ ਸਿਰਫ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਹੀ ਕਾਰਜ ਕਰ ਰਹੇ ਨੇ, ਕਿਤਾਬਾਂ ਲਿਖ ਰਹੇ ਨੇ, ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ, ਪੰਜਾਬ ਦੀ ਨਵੀਂ ਪੀੜ੍ਹੀ ਨੂੰ, ਨਵੀਂ ਪਨੀਰੀ ਨੂੰ ਅਹਿਸਾਸ ਹੋ ਸਕੇ, ਅਸਲੀਅਤ ਪਤਾ ਲੱਗ ਸਕੇ ਕਿ ਆਖਿਰ ਇਹ ਸਭ ਦੁਖਾਂਤ ਵਾਪਰਿਆ ਕਿਉਂ ਸੀ। मैं इत्थे जो कुछ बोलदा, जे तां मैं ये मन के बोलां कि मेरे कोले आखिरी सच मेरे कोले ही आ बस, फिर मेरे मन के दरवाजे बंद हो जाणगे ते इस सैमीनार की स्पिरिट जिहड़ी है वो खत्म हो जू। सो सानू हमेशा ही आपदे मन के दरवाजे खुले रखने चाहिए, क्योंकि संसार बड़ा गुंझलदार हो गया है, हकीकत बहुत गुंझलदार हो गई ते उन्होंने किसी पकड़ च लैके आउणा ਇਹ ਕਿਸੇ ਵੀ ਵਿਅਕਤੀ ਦੇ ਵੱਸ ਦਾ ਰੋਗ ਨਹੀਂ। ਹਰ ਬੁੱਧੀ ਦੀ ਇੱਕ ਸੀਮਾ ਹੁੰਦੀ ਹੈ। ਸੋ ਮੇਰੇ ਬਾਰੇ ਇਹਨਾਂ ਨੇ ਜੋ ਮੇਰੀ ਉਪਮਾ 'ਚ ਕੋਈ ਸ਼ਬਦ ਕਹੇ, ਚਲੋ ਇਹਨਾਂ ਦਾ ਇੱਕ ਆਪਣਾ ਪ੍ਰਭਾਵ ਹੋ ਸਕਦਾ ਹੈ। ਮੈਂ ਜੋ ਕਿਤਾਬਾਂ ਲਿਖੀਆਂ, ਮੈਂ ਕੋਈ ਸ਼ੌਕ ਪੂਰਤੀ ਵਾਸਤੇ ਕਿਤਾਬਾਂ ਨਹੀਂ ਲਿਖੀਆਂ, ਕਿਉਂਕਿ ਮੈਂ ਕੌਮ ਨੂੰ ਉਸ ਦਰਦ ਵਿੱਚੋਂ ਲੰਘਦੇ ਦੇਖਿਆ। ਦਰਬਾਰ ਸਾਹਿਬ ਤੇ ਹਮਲਾ ਹੋਇਆ। जिस दिन पहले दिन दरबार साहब दर्शनां लई खोलिया गया, मैं उत्थे हाजिर सी। मैं लोकां नूं रोंदे देखिया। उस दिन वो पीड़ मेरे अंदर बस गई, मैं भी रोया, पर मैं रो के चुप नहीं कीता। मैनूं ये सी कि ये दुखांत दोबारा ना वापरे कौम, क्योंकि जो कौम ते दुखात आउंदा है कोई तां कौम टैसट हुंदी है। जे दुखांत सोनू कुछ सिखाउंदा नहीं, वो सब तो भैड़ी गल है। साडे नाल बहुत ज्यादती हुई, नो डाउट। असीं उहदे चों लर्न की कीता? सवाल अज सब दे सामने ये है। जे एडा वड्डा नुकसान करवा के, एडी वड्डी गल करवा के लर्न कुछ ना करिए उहदे चों, ते लर्न करने वास्ते खेचल करनी पैंदी है। घर बैठिया सानू ज्ञान नहीं हो सकता। आपदे ज्ञान ते असीं हंकार करिए कि मेरे कोल ही सारा सच आ गया। सो मैं ये जिहड़े सारे साल मैं आपदे जीवन नूं इस लेखे लाया, थां थां गया, लोकां तो गल्लां सुनियां, खास करके क्योंकि केंद्री हस्ती सारे इस एपीसोड दी संत जरनैल सिंह भिंडरांवाले सी। कौम दो हिस्सों च वंडी जा चुकी सी 84 तो बाद। ये भी इतिहास च पहली बार होया। दरबार साहब ते हमले हर रोज नहीं हुंदे। 18वीं सदी तो बाद ये जिहड़ा हमला होया 219 साल बाद होया।
1765 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਆਖਰੀ ਹਮਲਾ ਕੀਤਾ ਸੀ। 1984 ਚ ਜਾ ਕੇ ਪਹਿਲੀ ਵਾਰ ਫਿਰ ਹਮਲਾ ਹੋਇਆ ਦਰਬਾਰ ਸਾਹਿਬ ਤੇ। ਇਹ ਨਹੀਂ ਕਿ ਇੰਨੇ ਸਾਲ ਸਾਡੇ ਹੱਥ ਚ ਰਾਜ ਸੀ, ਸਤਾ ਰਹੀ। ਰਾਜ ਤਾਂ ਅਸੀਂ ਬਹੁਤ ਥੋੜਾ ਚਿਰ ਕੀਤਾ, 100 ਸਾਲ ਅੰਗਰੇਜ਼ਾਂ ਦੇ ਗੁਲਾਮ ਰਹੇ ਆ। ਅੰਗਰੇਜ਼ਾਂ ਨੇ ਬਹੁਤ ਜ਼ਿਆਦਤੀਆਂ ਕੀਤੀਆਂ, ਸਭ ਕੁਝ ਕੀਤਾ, ਜ਼ੁਲਮ ਵੀ ਕੀਤੇ, ਪਰ ਦਰਬਾਰ ਸਾਹਿਬ ਤੇ ਹਮਲਾ ਨਹੀਂ ਸੀ ਹੋਇਆ। ਇਹ ਗੱਲ ਬਹੁਤ ਇੰਪੋਰਟੈਂਟ ਹੈ। 7 ਬਗਾਨੇ ਸੀ, ਉਹ ਤਾਂ ਬਾਹਰੋਂ ਚੱਲ ਕੇ ਆਏ ਸੀ। ਉਹਨਾਂ ਦੀਆਂ ਕਈ ਗੱਲਾਂ ਮਤਲਬ ਜਦੋਂ ਮੈਂ ਪੜ੍ਹਿਆ ਸਾਰੇ, ਕਿਉਂਕਿ ਮੈਂ ਗੱਲ ਬੁੱਝਣੀ ਚਾਹੁੰਦੇ ਸੀ ਨਾ, ਗੱਲ ਕੀ ਹੋਈ ਹੈ। ਹੁਣ ਇਹਦੇ ਵਿੱਚ ਜਿਹੜੀ ਸਿੱਖਣ ਸਿਖਾਉਣ ਦੀ ਗੱਲ ਹੈ, ਤੁਹਾਨੂੰ ਕਈ ਵਾਰ ਵੱਡੇ ਵੱਡੇ ਵਿਦਵਾਨ ਨੂੰ ਤੁਰਿਆ ਜਾਂਦਾ ਕੋਈ ਰਾਹੀ, ਉਹ ਵੀ ਇੱਕ ਇਨਸਾਈਟ ਦੇ ਜਾਂਦਾ। ਮੈਂ ਜਦੋਂ ਇਹ ਕਿਤਾਬ ਲਿਖਣੀ ਸੀ 1984 ਦੀ, ਤਾਂ ਇੱਕ 8ਵੀਂ ਚ ਪੜ੍ਹਦੀ ਇੱਕ ਸਕੂਲ ਦੀ ਬੱਚੀ, ਮੇਰੇ ਨਾਲ ਉਹਦਾ ਬੜਾ ਪਿਆਰਾ ਰਿਲੇਸ਼ਨ ਹੈ। ਉਹ ਸੈਨ ਹੋਜੇ ਪੜ੍ਹਦੀ ਸੀ ਕੈਲੀਫੋਰਨੀਆ ਦੇ ਵਿੱਚ। ਉਹਨੂੰ ਸਕੂਲ ਵਾਲਿਆਂ ਨੇ ਇੱਕ ਅਸਾਈਨਮੈਂਟ ਦਿੱਤੀ ਹਾਲੋਕਾਸਟ ਤੇ। ਹਾਲੋਕਾਸਟ ਯਹੂਦੀਆਂ ਦਾ ਕਤਲੇਆਮ, ਦੁਨੀਆ ਦੇ ਵੱਡੇ ਕਤਲੇਆਮਾਂ ਚੋਂ ਹਾਲੋਕਾਸਟ ਹੈ ਇੱਕ। ਵੀ ਇਹਦੇ ਤੇ ਤੂੰ ਇਹਨੇ 200 ਸ਼ਬਦਾਂ ਦੇ ਵਿੱਚ ਆਪਦਾ ਵਿਚਾਰ ਦੇ। 8ਵੀਂ ਚ ਪੜ੍ਹਦੀ ਹੈ। ਉਹਨੇ ਉਹ ਲਿਖ ਕੇ ਮੈਨੂੰ ਭੇਜਿਆ ਪਹਿਲਾਂ ਵੀ ਤੁਸੀਂ ਦੇਖ ਲਓ। ਉਹਦਾ ਓਪਨਿੰਗ ਸੈਂਟੈਂਸ ਇਹ ਸੀ ਕਿ ਲੋਕਾਂ ਨੂੰ ਇਹ ਤਾਂ ਪਤਾ ਹੈ ਕਿ 70 ਲੱਖ ਯਹੂਦੀ ਮਾਰੇ ਨਾਜ਼ੀਆਂ ਨੇ, ਪਰ ਕਿਉਂ ਮਾਰੇ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਓਬਵੀਅਸ ਫੈਕਟ ਹੈ ਵੀ 70 ਲੱਖ ਮਾਰਤੇ, ਸਭ ਨੂੰ ਪਤਾ ਹੈ। ਉਹਨੇ ਇਹ ਸਵਾਲ ਖੜਾ ਕਰਤਾ ਵੀ ਕਿਉਂ ਮਾਰੇ, ਸਵਾਲ ਇਹ ਇੰਪੋਰਟੈਂਟ ਹੈ। ਲੈ ਮੈਂ ਉਸ ਕੁੜੀ ਤੋਂ ਕਲਿਊ ਲਿਆ ਹੈ। ਦਰਬਾਰ ਸਾਹਿਬ ਤੇ ਹਮਲਾ ਹੋਇਆ, ਸਭ ਨੂੰ ਪਤਾ ਹੈ ਕਿਉਂ ਹੋਇਆ। 18ਵੀਂ ਸਦੀ ਚ ਜਿੰਨੇ ਹਮਲੇ ਸਾਡੇ ਹੋਏ ਦਰਬਾਰ ਸਾਹਿਬ ਤੇ, 25 ਸਾਲਾਂ ਚ 5 ਹਮਲੇ ਹੋਏ ਉੱਪਰੋਂ ਥਲੀ। ਉਹਨਾਂ ਹਮਲਿਆਂ ਦਾ ਤੇ ਇਸ ਹਮਲੇ ਦਾ ਫਰਕ ਕੀ ਸੀ? ਉਹ ਹਮਲਾ ਹੁੰਦਾ ਸੀ, ਸਾਰੀ ਕੌਮ ਦੇ ਵਿੱਚ ਰੋਹ ਜਾਗਦਾ ਸੀ ਤੇ ਸਾਰੀ ਕੌਮ ਇੱਕਮੁੱਠ ਹੋ ਜਾਂਦੀ ਸੀ ਚਟਾਨ ਵਾਂਗ। ਕਦੇ ਕੌਮ ਚ ਕੋਈ ਦੁਬਦਾ ਸ਼ੰਕਾ ਕਿ ਹਮਲਾ ਕਿਉਂ ਹੋਇਆ ਤੇ ਉਹਦੇ ਨਾਲ ਸਾਡਾ ਰਿਸ਼ਤਾ ਕੀ ਹੈ, ਇਹ ਕਿਤੇ ਨਹੀਂ ਸੀ। ਜਿਹੜਾ ਆਖਰੀ ਹਮਲਾ ਹੋਇਆ ਜਦੋਂ ਬਰੂਦ ਨਾਲ ਢਹਿ ਢੇਰੀ ਕੀਤਾ ਗਿਆ ਦਰਬਾਰ ਸਾਹਿਬ, ਉਸ ਤੋਂ ਪਹਿਲਾਂ 2 ਮਹੀਨੇ ਪਹਿਲਾਂ ਫਰਵਰੀ ਦੇ ਵਿੱਚ ਵੱਡਾ ਘੱਲੂਘਾਰਾ ਹੋਇਆ ਮਲੇਰਕੋਟਲੇ ਕੋਲ, ਜਿੱਥੇ ਇੱਕੋ ਦਿਨ ਕੁਝ ਘੰਟਿਆਂ ਵਿੱਚ ਕੌਮ ਦਾ ਅੱਧਾ ਹਿੱਸਾ ਕਤਲ ਕਰ ਦਿੱਤਾ ਗਿਆ ਸੀ। ਏਡਾ ਵੱਡਾ ਕਹਿਰ ਉਸ ਮੌਕੇ ਤੇ ਤੁਸੀਂ ਦੇਖੋ। ਤੇ ਉਹ ਕਰਕੇ ਅਬਦਾਲੀ ਨੇ ਸੋਚਿਆ ਸੀ ਕਿ ਹੁਣ ਘੱਟੋ ਘੱਟ ਜਿੰਨਾ ਚਿਰ ਮੈਂ ਜਿਉਣਾ, ਮੇਰੀ ਲਾਈਫ ਟਾਈਮ 'ਚ ਸਿੱਖ ਦੁਬਾਰਾ ਜੁਰਤ ਨਹੀਂ ਕਰਨਗੇ ਕਿ ਉਹ ਸਿਰ ਚੁੱਕ ਸਕਣ। ਪਰ ਫਿਰ ਵੀ ਉਹਨੇ ਹੋਰ ਪੱਕਾ ਇੰਤਜ਼ਾਮ ਕਰਨ ਵਾਸਤੇ ਮੁੜਦੇ ਹੋਏ ਨੇ ਸੋਚਿਆ ਕਿ ਸਿੱਖ ਤਾਂ ਖਤਮ ਕਰਤੇ, ਹੁਣ ਜਿਹੜਾ ਇਹਨਾਂ ਦਾ ਸੋਮ ਹੈ ਜਿੱਥੋਂ ਇਹ ਤਾਕਤ ਲੈਂਦੇ ਨੇ, ਇਹਨੂੰ ਵੀ ਢਾਹ ਦਿਆਂ। ਸੋ ਵਾਪਸ ਮੁੜਦੇ ਹੋਏ ਨੇ ਉਹ ਦਰਬਾਰ ਸਾਹਿਬ ਜਾ ਕੇ ਅਪ੍ਰੈਲ ਦੇ ਵਿੱਚ ਉਹਨੇ ਬਰੂਦ ਦੇ ਨਾਲ ਉਡਾਇਆ। ਤੇ ਉਸ ਤੋਂ ਬਾਅਦ ਉਹਨੇ ਸੋਚਿਆ ਕਿ ਹੁਣ ਜ਼ਿੰਦਗੀ ਭਰ ਵਾਸਤੇ ਕਦੇ ਵੀ ਸਿੱਖ ਉੱਠ ਨਹੀਂ ਸਕਣਗੇ। ਇਹ ਅਪ੍ਰੈਲ ਦੀ ਗੱਲ ਹੈ। ਅਕਤੂਬਰ ਦੇ ਵਿੱਚ ਦੀਵਾਲੀ ਆ ਗਈ ਪਹਿਲੀ। ਉਸ ਤੋਂ ਬਾਅਦ ਅਬਦਾਲੀ ਲਾਹੌਰ 'ਚ ਬੈਠਾ ਹੈ ਤੇ ਉਹ ਇਹ ਸੋਚਦਾ ਸੀ ਕਿ ਐਤਕੀ ਕੋਈ ਸਿੱਖ ਜੁਰਤ ਨਹੀਂ ਕਰੂ ਦੀਵਾਲੀ ਤੇ ਆ ਕੇ ਦਰਬਾਰ ਸਾਹਿਬ, ਕਿਉਂਕਿ ਮਲਬਾ ਕੀਤਾ ਸਾਰਾ ਸਰੋਵਰ ਪੂਰਿਆ ਪਿਆ। ਇਤਿਹਾਸਕਾਰ ਦੱਸਦੇ ਨੇ ਕਿ ਉਸ ਦੀਵਾਲੀ ਤੇ ਇਤਿਹਾਸ ਦਾ ਸਭ ਤੋਂ ਵੱਡਾ ਇਕੱਠ, 60,000 ਦੀ ਗਿਣਤੀ ਮੁਸਲਮਾਨ ਇਤਿਹਾਸਕਾਰਾਂ ਨੇ ਦੱਸੀ ਹੈ। ਉਦੋਂ ਸਿੱਖ ਕੌਮ ਦੀ ਆਬਾਦੀ ਤੁਸੀਂ ਦੇਖ ਲਓ ਕਿੰਨੀ ਹੋ, ਜਿਹਦਾ ਮਤਲਬ ਹੈ ਵੀ ਜਿਹੜਾ ਵੀ ਸਿੱਖ ਤੁਰ ਸਕਦਾ ਸੀ, ਨਕਾਰਾ ਨਹੀਂ ਸੀ, ਉਹ ਦਿਨ ਘਰੇ ਨਹੀਂ ਰਿਹਾ। ਆਹ ਸਪਿਰਿਟ ਸੀ ਕੌਮ ਦੇ ਵਿੱਚ ਉਦੋਂ। ਤੇ ਜਦੋਂ ਅਬਦਾਲੀ ਨੂੰ ਪਤਾ ਲੱਗਿਆ ਲਾਹੌਰ ਬੈਠੇ ਨੂੰ ਕਿ ਸਿੱਖ ਤਾਂ ਫੇਰ ਆ ਗਏ, ਤਾਂ ਨੇਚਰਲੀ ਉਹ ਬਾਅਦ ਵੱਡਾ ਇੱਕ ਤਾਕਤ ਸੀਗੀ, ਹੰਕਾਰ ਸੀ ਉਹਨੂੰ ਬਹੁਤ ਜ਼ਿਆਦਾ। ਉਹਦੇ ਅੰਦਰ ਫੇਰ ਉਹ ਇੱਕ ਹਿੰਸਾ ਦੀ ਛੱਲ ਉੱਠੀ ਕਿ ਇੱਕ ਵਾਰ ਫੇਰ ਇਹਨਾਂ ਨੂੰ ਖਤਮ ਕਰ ਦਿਆਂ। ਪਰ ਫੇਰ ਉਹਨੇ ਸੋਚਿਆ ਕਿ ਮੈਂ ਬਹੁਤ ਕੁਝ ਕਰਕੇ ਦੇਖ ਲਿਆ, ਜੇ ਫੇਰ ਵੀ ਉੱਠ ਖੜੇ ਤਾਂ ਕਿਤੇ ਨਾ ਕਿਤੇ ਉਹਦੇ ਮਨ ਦੇ ਵਿੱਚ ਇੱਕ ਡਾਵਾਡੋਲ ਹੋ ਗਿਆ। ਉਹਨੇ ਸਮਝੌਤੇ ਲਈ ਹਰਕਾਰਾ ਭੇਜਤਾ ਚਿੱਠੀ ਦੇ ਕੇ ਸਿੱਖਾਂ ਨੂੰ। ਸਿੱਖਾਂ ਦਰਬਾਰ ਸਾਹਿਬ ਤੇ ਸਾਰੇ ਮਿਸਲਦਾਰ ਜਰਨੈਲ ਇਕੱਠੇ ਹੋਏ ਨੇ। ਉਹਨਾਂ ਨੇ ਉਹ ਚਿੱਠੀ ਪੜ੍ਹੀ। ਚਿੱਠੀ ਪੜ੍ਹ ਕੇ ਜੋ ਕੁਛ ਉਹਨਾਂ ਨੇ ਕੁਛ ਤੋਹਫੇ ਭੇਜੇ ਸੀਗੇ ਦੋਸਤਾਨਾ,
ਜੈਸਚਰ ਵਜੋਂ ਉਹ ਵੀ ਵਾਪਸ ਕਰਤੇ, ਚਿੱਠੀ ਵੀ ਪਾੜ ਕੇ ਸੁੱਟਤੀ ਤੇ ਕਹਿਤਾ ਕਿ ਤੁਸੀਂ ਆਪਣੇ ਬਾਦਸ਼ਾਹ ਨੂੰ ਜਾ ਕੇ ਕਹਿ ਦਿਓ ਕਿ ਮਲਬੇ ਤੇ ਖੜ ਕੇ ਸਮਝੌਤੇ ਨਹੀਂ ਹੁੰਦੇ, ਕਿ ਅਸੀਂ ਪਹਿਲਾਂ ਦਰਬਾਰ ਸਾਹਿਬ ਨੂੰ ਦੁਬਾਰਾ ਬਣਾਉਣਾ, ਉਸਾਰਨਾ ਹੈ ਤੇ ਜੰਗ ਵਾਸਤੇ ਅੱਜ ਵੀ ਤਿਆਰ ਹਾਂ ਅਸੀਂ ਇਹਦੇ ਵਾਸਤੇ। ਜੋ ਅਬਦਾਲੀ ਨੂੰ ਇਹ ਮੈਸੇਜ ਮਿਲਿਆ ਤਾਂ ਉਹਦਾ ਇੱਕਦਮ ਹੈਰਾਨ ਹੋ ਗਿਆ ਉਹ ਵੀ ਕਿਸ ਕਿਸਮ ਦੀ ਸਪਿਰਿਟ ਹੈ, ਪਰ ਫਿਰ ਵੀ ਉੱਥੋਂ ਹਮਲਾ ਕਰਨ ਵਾਸਤੇ ਚੱਲਿਆ। ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਉਹਨੇ ਮਲੇਰਕੋਟਲੇ ਜਾ ਕੇ ਹਮਲਾ ਕੀਤਾ ਸੀਗਾ ਸਿੱਖਾਂ ਤੇ, ਕਿੰਨਾ ਲੰਮਾ ਪਿੰਡ ਹੈ, ਆਰਟਿਲਰੀ ਤੋਪਾਂ ਨਾਲ ਲੈ ਕੇ ਗਿਆ, 2 ਦਰਿਆ ਪਾਰ ਕੀਤੇ, 72 ਘੰਟਿਆਂ 'ਚ ਉਹ ਉੱਥੇ ਪਹੁੰਚ ਗਿਆ ਸੀ। ਸਿੱਖ ਵੀ ਹੈਰਾਨ ਹੋ ਗਏ ਸੀ, ਜਾਂ ਨੁਕਸਾਨ ਵੀ ਤਾਂ ਜ਼ਿਆਦਾ ਹੋਇਆ, ਕੋਈ ਸੋਚ ਨਹੀਂ ਸਕਦਾ ਸੀ ਇੰਨੀ ਤੇਜ਼ੀ ਨਾਲ ਉੱਥੇ ਪਹੁੰਚ ਜੂ। ਉਹੀ ਅਬਦਾਲੀ ਲਾਹੌਰ ਤੋਂ ਚੱਲਦਾ ਅੰਮ੍ਰਿਤਸਰ 36 ਘੰਟਿਆਂ 'ਚ ਪਹੁੰਚਦਾ ਹੈ। ਅੰਮ੍ਰਿਤਸਰ ਜਿਹੜਾ 5 ਘੰਟਿਆਂ ਦਾ ਰਸਤਾ ਸੀ, ਕਿਉਂਕਿ ਅੰਦਰੋਂ ਹਾਰ ਚੁੱਕਿਆ, ਟੁੱਟ ਚੁੱਕਿਆ। ਆ ਕੇ ਅਣਮੰਨੇ ਚਿੱਤ ਨਾਲ ਦਿਨੇ ਲੜਾਈ ਲੜੀ। ਉਸ ਦਿਨ ਕੁਦਰਤੀ ਸੂਰਜ ਗ੍ਰਹਿਣ ਸੀ ਮੁਕੰਮਲ, ਤੇ ਦਿਨੇ ਵੀ ਰਾਤ ਪਈ ਹੋਈ ਸੀ। ਬਹੁਤ ਗਹਿ ਗੱਡਵੀਂ ਲੜਾਈ ਹੋਈ। ਰਾਤ ਹੋ ਗਈ, ਜਿਵੇਂ ਉਦੋਂ ਦਸਤੂਰ ਸੀ ਜੰਗ ਦੇ, ਦੋਵੇਂ ਫੌਜਾਂ ਆਪੋ ਆਪਣੇ ਟਿਕਾਣਿਆਂ ਨੂੰ ਚਲੀਆਂ ਗਈਆਂ ਕਿ ਅਗਲੇ ਦਿਨ ਫੇਰ ਦੇਖਾਂਗੇ। ਅਗਲੇ ਦਿਨ ਸਿੰਘ ਤਿਆਰ ਹੋ ਕੇ ਮੈਦਾਨ 'ਚ ਆਏ, ਅਬਦਾਲੀ ਕਿਤੇ ਨਹੀਂ ਸੀ। ਰਾਤੋਂ ਰਾਤ ਹਨੇਰੇ 'ਚ ਉੱਥੋਂ ਕੂਚ ਕਰ ਗਿਆ। ਇਹ ਅਬਦਾਲੀ ਦੀ ਜ਼ਿੰਦਗੀ ਦਾ ਪਹਿਲੀ ਪਛਾੜ ਸੀ। ਅਬਦਾਲੀ ਕਦੇ ਜੰਗ ਦੇ ਮੈਦਾਨ 'ਚੋਂ ਇਸ ਤਰ੍ਹਾਂ ਨਹੀਂ ਸੀ ਗਿਆ। ਸੋ ਮੈਂ ਕਹਿਣ ਤੋਂ ਭਾਵ ਹੈ ਕਿ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਨੇ ਕੌਮ ਨੂੰ ਕਿਸ ਤਰ੍ਹਾਂ ਇਕਮੁੱਠ ਕੀਤਾ, ਕਿਸ ਤਰ੍ਹਾਂ ਉਹਦੇ ਵਿੱਚ ਜੋਸ਼ ਤੇ ਸਾਰਾ ਭਰਿਆ, ਸਪਿਰਿਟ ਭਰੀ, ਤੇ ਕਿਵੇਂ ਫਿਰ ਉਹਨਾਂ ਨੇ ਇਤਿਹਾਸ ਦਾ ਮੁਹਾਨ ਬਦਲਿਆ। ਪਰ 84 ਦੇ ਵਿੱਚ ਜਦੋਂ ਹਮਲਾ ਹੋਇਆ, ਉਹਦੇ ਵਿੱਚ ਕੌਮ ਏਕਤਾ ਵੀ ਹੋਈ, ਪਰ ਨਾਲ ਸਪਲਿਟ ਵੀ ਹੋਈ। ਪਹਿਲੀ ਵਾਰ ਸਿੱਖਾਂ ਦੇ ਮਨ 'ਚ ਦੁਬਿਧਾ ਖੜੀ ਹੋਈ ਕਿ ਕਿਉਂ ਹੋਇਆ ਹਮਲਾ, ਜਿਹਨੇ ਕੀਤਾ ਉਹਦੇ ਨਾਲ ਸਾਡਾ ਰਿਸ਼ਤਾ ਕੀ ਹੈ। ਅਬਦਾਲੀ ਨਾਲ ਸਿੱਖਾਂ ਨੂੰ, ਇੱਕ ਵੀ ਸਿੱਖ ਨੂੰ ਕੋਈ ਸ਼ੰਕਾ ਨਹੀਂ ਸੀ ਕਿ ਇਹਦੇ ਨਾਲ ਸਾਡਾ ਰਿਸ਼ਤਾ ਕੀ ਹੈ। ਸਾਡਾ ਦੁਸ਼ਮਣ ਹੈ, ਉਹ ਦੁਸ਼ਮਣੀ ਕੱਢੀ ਹੈ, ਉਹ ਖਤਮ ਕਰਨਾ ਚਾਹੁੰਦਾ ਹੈ, ਅਸੀਂ ਖਤਮ ਹੋਣਾ। ਇਹ ਪਹਿਲੀ ਵਾਰ ਹੋਇਆ 84 ਦੇ ਵਿੱਚ, ਜਦੋਂ ਸਿੱਖਾਂ ਦੇ ਹਿੱਸੇ 'ਚ ਇਹ ਸਵਾਲ ਖੜਾ ਹੋ ਗਿਆ ਕਿ ਕਿਤੇ ਸਾਥੋਂ ਤਾਂ ਕੋਈ ਗਲਤੀ ਨਹੀਂ ਹੋਗੀ, ਕਿਤੇ ਸਾਡੇ ਬੰਦਿਆਂ ਤੋਂ ਕੋਈ ਗਲਤੀ ਤਾਂ ਨਹੀਂ ਇਹੀ ਜੀ ਹੋਗੀ, ਕਿਉਂਕਿ ਆਪਣਿਆਂ ਨੇ ਕੀਤਾ ਨਾ। ਜੇ ਅਸੀਂ ਇਹ ਸੋਚਦੇ ਹੁੰਦੇ ਕਿ ਕਿਸੇ ਸੱਤ ਬਗਾਨੇ ਨੇ ਕੀਤਾ। ਸੋ ਇਹ ਸੀਗਾ ਸ਼ੌਕ ਐਂਡ ਡਿਸਬਲੀਫ। ਜਦੋਂ ਕੋਈ ਤੁਹਾਡਾ ਆਪਣਾ ਤੁਹਾਡੇ ਤੇ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਤਾਂ ਤੁਹਾਨੂੰ ਗੁੱਸਾ ਵੀ ਆਉਂਦਾ, ਪਰ ਨਾਲ ਜਿਵੇਂ ਇਹ ਲੱਗਦਾ ਜਿਵੇਂ ਵਿਸ਼ਵਾਸ ਵੀ ਨਹੀਂ ਹੁੰਦਾ ਵੀ ਇਹਨੇ ਕਿਉਂ ਕਰਤਾ, ਇਹ ਤਾਂ ਮੇਰਾ ਹੈ, ਇਹ ਤਾਂ ਸਾਡੇ ਆਪਣਾ ਹੈ। ਫਿਰ ਤੁਹਾਡੇ 'ਚ ਆਪਦੇ ਆਪ ਬਾਰੇ ਵੀ ਕਿਤੇ ਸ਼ੰਕਾ ਖੜਾ ਹੋ ਜਾਂਦਾ ਕਿ ਕਿਤੇ ਮੈਥੋਂ ਤਾਂ ਕੋਈ ਕੁਤਾਹੀ ਨਹੀਂ ਹੋਗੀ। ਸੋ ਇਹ ਕੌਮ ਦੇ ਵਿੱਚ ਪਹਿਲੀ ਵਾਰ ਸਵਾਲ ਖੜਾ ਹੋਇਆ, ਤੇ ਉਂਗਲਾਂ ਵੀ ਹੋਈਆਂ ਸੰਤ ਜਰਨੈਲ ਸਿੰਘ ਵੱਲ ਕਿ ਉਹਨੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਤੇ ਜਿਹਦੇ ਕਰਕੇ ਹਮਲਾ ਹੋਇਆ। ਸੋ ਇਹ ਇਤਿਹਾਸ 'ਚ ਪਹਿਲੀ ਵਾਰ ਸੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਵੀ ਹੋਇਆ, ਤੇ ਸਿੱਖਾਂ ਦੇ ਵਿੱਚ ਇਹ ਵੀ ਸਵਾਲ ਖੜਾ ਹੋ ਗਿਆ ਕਿ ਸਾਡੇ ਆਪਦੀ ਕਿਸੇ ਗਲਤੀ ਕਰਕੇ, ਸਾਥੋਂ ਆਪਦੀ ਕਿਸੇ ਕੁਤਾਹੀ ਕਰਕੇ ਇਹ ਹਮਲਾ ਹੋ ਗਿਆ, ਜਿਹਦੇ ਕਰਕੇ ਜਿਸ ਕਿਸਮ ਦੀ ਕੌਮ 'ਚ ਏਕਤਾ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ। ਕੌਮ 'ਚ ਤਫੇੜ ਹੋਇਆ। ਉਸ ਤੋਂ ਬਾਅਦ ਕੀ ਚੱਲਿਆ ਤੁਹਾਡੇ ਸਭ ਦੇ ਸਾਹਮਣੇ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਮੈਂ ਇਸ ਗੱਲ ਬਾਰੇ ਕੰਮ ਕਰਨਾ ਸੀ ਕਿ ਸਮਝੀਏ ਗੱਲ ਕੀ ਹੈ ਇਹ, ਤਾਂ ਉਹਦੀ ਜਿਹੜੀ ਕੇਂਦਰੀ ਹਸਤੀ ਹੈ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ। ਤੇ ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਕਦੇ ਜ਼ਿੰਦਗੀ 'ਚ ਮੇਰੀ ਮੁਲਾਕਾਤ ਨਹੀਂ ਸੀ ਹੋਈ। ਰਾਦਰ ਮੈਂ ਵੀ ਉਹਨਾਂ 'ਚੋਂ ਸੀ ਜਿਹੜੇ ਉਹਦੇ ਬਹੁਤ ਕੱਟੜ ਵਿਰੋਧੀ ਸੀ। ਜਿੰਨਾ ਚਿਰ ਉਹ ਸ਼ਹੀਦ ਨਹੀਂ ਹੋਏ ਮੈਂ ਉਹਦੇ ਵਿਰੋਧੀ ਦੀ ਕਤਾਰ ਸੀ। ਜਦੋਂ ਸ਼ਹੀਦ ਹੋ ਗਏ ਤਾਂ ਮੇਰਾ ਨਜ਼ਰੀਆ ਬਦਲਿਆ, ਸਤਿਕਾਰ ਪੈਦਾ ਹੋਇਆ। ਪਰ ਫਿਰ ਵੀ ਇਹ ਸੀ ਕਿ ਸਮਝਿਆ ਜਾਵੇ ਸੰਤ ਜਰਨੈਲ ਸਿੰਘ ਕੌਣ ਸੀ, ਕੀ ਸੀ। ਉਹਦੇ ਵਾਸਤੇ ਫਿਰ ਇਹ ਸੀ ਕਿ ਜੋ ਵੀ ਉਹਦੇ ਬਹੁਤ ਨੇੜੇ ਰਹੇ ਨੇ ਉਹਨਾਂ ਨਾਲ ਮੁਲਾਕਾਤਾਂ ਕਰੋ। ਮੈਂ ਉਹ ਲੰਮੀਆਂ ਮੁਲਾਕਾਤਾਂ ਕੀਤੀਆਂ, ਜਿਹਦਾ ਵੀ ਪਤਾ ਲੱਗਿਆ ਕੋਈ ਨੇੜੇ ਰਿਹਾ। ਹਰ ਇੱਕ ਨੇ ਆਪਣਾ ਆਪਣਾ ਵਰਸ਼ਨ ਦਿੱਤਾ। ਉਹਦੇ 'ਚ ਤੁਸੀਂ ਮੇਕ ਆਊਟ ਕਰਨਾ ਹੈ ਵੀ ਗੱਲ ਕੀ ਸੀ, ਉਹ ਕਿਉਂ ਹਮਲਾ ਕਿਉਂ ਹੋਇਆ ਹੈ। ਹੁਣ ਜਿਹੜੀ ਇਹ ਗੱਲ ਹੈ ਨਾ ਕਿ ਅਸੀਂ ਸਿੱਖਦੇ ਹਾਂ ਕਿ ਨਹੀਂ ਕੋਈ ਸਬਕ, ਇਹ ਬਹੁਤ ਜ਼ਰੂਰੀ ਹੈ। ਹੁਣ ਸਰਦਾਰ ਵੀਪੀ ਸਿੰਘ ਹੋਰਾਂ ਨੇ ਆਪਣੇ ਇੱਕ ਵਿਚਾਰ ਰੱਖੇ, ਹਰ ਇੱਕ ਨੂੰ ਆਪਣੇ ਆਪਣੇ ਵਿਚਾਰ ਰੱਖਣ ਦਾ, ਕਿਉਂਕਿ ਆਪਾਂ ਨੂੰ
ਇਹ ਸਤਿਕਾਰ ਕਰਨਾ ਚਾਹੀਦਾ। ਵੱਖੋ ਵੱਖਰੇ ਵਿਚਾਰ ਹੋ ਸਕਦੇ ਨੇ ਨਜ਼ਰੀਏ ਦੇ, ਤੇ ਉਹ ਆਪਾਂ ਨੂੰ ਇੱਥੇ ਬੜੇ ਦੋਸਤਾਨਾ ਮਾਹੌਲ ਦੇ ਵਿੱਚ ਡਿਸਕਸ ਵੀ ਹੋਣੇ ਚਾਹੀਦੇ ਨੇ। ਇਹਨਾਂ ਨੇ ਇੱਕ ਗੱਲ ਕਹੀ ਹੈ ਕਿ ਅਸਲ 'ਚ ਜੇ ਅਸੀਂ ਆਪਣੀ ਕਾਬਲੀਅਤ ਇੰਨੀ ਵਧਾ ਲਈਏ, ਅਸੀਂ ਉੱਚੇ ਅਹੁਦਿਆਂ ਤੇ ਪਹੁੰਚ ਜਾਈਏ, ਆਪਦੇ ਨੈਤਿਕ ਕਿਰਦਾਰ ਨੂੰ ਐਡਾ ਬੁਲੰਦ ਕਰ ਲਈਏ, ਸਾਨੂੰ ਦੁਨੀਆ ਦੀ ਕੋਈ ਤਾਕਤ ਕੁਝ ਨਹੀਂ ਕਰ ਸਕਦੀ। ਇਹਨੂੰ ਕਹਿੰਦੇ ਨੇ ਪੋਲਿਟਿਕਸ ਆਫ ਮੋਰਲ ਰਿਸਪੌਂਸਿਬਿਲਿਟੀ, ਕਿ ਸਾਡੇ ਆਪਣੇ ਤੇ ਹੀ ਹੈ। ਜੇ ਅਸੀਂ ਆਪਦੇ ਕਿਰਦਾਰ ਨੂੰ ਬੁਲੰਦ ਕਰ ਲਈਏ ਤਾਂ ਸਾਨੂੰ ਕੌਣ ਕੁਛ ਕਰ ਲੂ। ਸੋ ਇਸ ਕਿਸਮ ਦੀ ਥਿੰਕਿੰਗ, ਇਹ ਵਿਚਾਰ ਹੋ ਸਕਦਾ। ਮੈਂ ਕਹਿੰਦਾ ਜਦੋਂ ਕੌਮਾਂ ਨਾਲ ਵੱਡੇ ਹਾਦਸੇ ਵਾਪਰਦੇ ਉਦੋਂ ਬਹੁਤ ਡੂੰਘਾ ਜਾ ਕੇ ਸੋਚਣਾ ਚਾਹੀਦਾ। ਇਕੱਲੇ ਆਪਦੇ ਤਜਰਬੇ ਤੋਂ ਨਹੀਂ, ਦੁਨੀਆ ਦੇ ਤੋਂ। ਦੁਨੀਆ ਦੇ ਬੜੇ ਅਮੀਰ ਤਜਰਬੇ ਪਏ। ਇਹ ਹੋਣੀ ਹੋਰ ਵੀ ਬਹੁਤ ਕੌਮਾਂ ਨਾਲ ਵਾਪਰੀ ਹੈ। ਸੋ ਮੈਂ ਕੀ ਕੀਤਾ, ਮੈਂ ਯਹੂਦੀਆਂ ਦਾ ਸਾਰਾ ਵਰਤਾਰਾ ਸਮਝਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਯਹੂਦੀਆਂ ਨਾਲ ਜੋ ਹੋਇਆ ਉਹਦਾ ਬਹੁਤ ਕੁਝ ਸਾਡੇ ਨਾਲ ਮਿਲਦਾ। ਹੁਣ ਯਹੂਦੀਆਂ ਦੇ ਵਿੱਚੋਂ ਜਿਹੜੀ ਲਿਆਕਤ ਦੀ ਗੱਲ ਹੈ, ਦੁਨੀਆ ਦੀ ਕੋਈ ਕੌਮ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੀ। ਤੁਸੀਂ ਲਿਸਟ ਪੜ੍ਹ ਲਓ ਨੋਬਲ ਪ੍ਰਾਈਜ਼ ਵਿਨਰਸ ਦੀ, 90% ਯਹੂਦੀ ਦੱਸਣਗੇ ਵਿੱਚ। ਉਸ ਮੌਕੇ ਜਰਮਨੀ ਦੇ ਰਾਜ ਅੰਦਰ ਸਭ ਤੋਂ ਉੱਚੇ ਅਹੁਦਿਆਂ ਤੇ ਆਇਨਸਟੀਨ ਉਦੋਂ ਹੀ ਸੀ। ਕਿਹੜਾ ਸਾਇੰਸਦਾਨ ਹੈ, ਕਿਹੜਾ ਵਿਦਵਾਨ ਹੈ, ਕਿਹੜਾ ਜਰਨੈਲ ਹੈ, ਕਿਹੜਾ ਲਾਇਕ ਬੰਦਾ ਜਿਹੜਾ ਯਹੂਦੀ ਨਹੀਂ ਸੀ। ਯਹੂਦੀਆਂ ਵਾਲਾ ਪੱਧਰ ਤਾਂ ਅਸੀਂ ਕਦੇ ਵੀ ਹਾਸਲ ਨਹੀਂ ਕਰ ਸਕਦੇ। ਜਿਹੜੀ ਕੌਮ ਦੀ ਉਹੀ ਧਾਕ ਪਈ ਹੋਈ ਸੀ ਸਾਰੇ ਖੇਤਰ ਦੇ ਵਿੱਚ, ਅਮੀਰੀ ਪੱਖੋਂ, ਬਿਜ਼ਨਸ ਪੱਖੋਂ, ਲਿਆਕਤ ਪੱਖੋਂ, ਪੜ੍ਹਾਈ ਪੱਖੋਂ, ਹਰ ਪੱਖ ਤੋਂ ਉਹ ਬੁਲੰਦੀ ਤੇ ਸੀ। ਪਰ ਇਹਦੇ ਬਾਵਜੂਦ ਜੋ ਕੁਝ ਉਹਨਾਂ ਨਾਲ ਹੋਇਆ ਕੋਈ ਸੋਚ ਵੀ ਨਹੀਂ ਸਕਦਾ ਸੀ। ਇਹਦਾ ਸਾਡੇ ਕੋਲ ਕੋਈ ਜਵਾਬ ਚਾਹੀਦਾ। ਕਿਉਂ? ਕਿਉਂਕਿ ਅਸੀਂ ਅੱਜ ਆਪਦੇ ਸੰਕਟ ਦੀ ਗੱਲ ਕਰਨੀ ਹੈ ਨਾ, ਕੁਝ ਸਿੱਖਣਾ ਹੈ, ਤਾਂ ਅਸੀਂ ਇਹ ਨਹੀਂ ਵੀ ਸਾਡੇ ਮਨ 'ਚ ਜੋ ਆ ਗਿਆ ਬਸ ਉਹ ਗੱਲ ਤੇ ਆਪਾਂ ਬਣਾ ਲਈਏ ਪੱਕੀ। ਮਨ 'ਚ ਜੋ ਆਇਆ ਉਹਨੂੰ ਵੀ ਸੋਚੋ, ਪਰ ਦੇਖੋ ਦੁਨੀਆ 'ਚ ਹੋਰ ਕਿੰਨੇ ਕੁਝ ਥਾਵਾਂ ਤੇ ਹੋਇਆ ਹੈ, ਅੱਜ ਹੋਰ ਕਿੰਨੇ ਲੋਕਾਂ ਨਾਲ ਹੋ ਰਿਹਾ ਹੈ, ਆਪਾਂ ਉੱਥੋਂ ਦੇਖੋ। ਸੋ ਯਹੂਦੀਆਂ ਨੇ ਕੀ ਕੀਤਾ ਤੇ ਅਸੀਂ ਕੀ ਕੀਤਾ, ਹੁਣ ਇਹ ਵੀ ਦੇਖਣ ਦੀ ਲੋੜ ਹੈ। ਜਦੋਂ ਯਹੂਦੀਆਂ ਨਾਲ ਇਹ ਵਰਤਾਰਾ ਵਾਪਰਿਆ, ਉਸ ਤੋਂ ਬਾਅਦ ਉਹਨਾਂ ਨੇ ਹਰ ਖੇਤਰ ਦੇ ਵਿੱਚ ਬਹੁਤ ਡੂੰਘਾ ਉਤਰ ਕੇ ਸੋਚ ਵਿਚਾਰ ਕੀਤੀ ਕਿ ਇਹਨੂੰ ਸਮਝੀਏ ਗੱਲ ਕੀ ਹੋ ਗਈ ਇਹ, ਕਿਉਂਕਿ ਟੋਟਲੀ ਅਨਐਕਸਪੈਕਟਡ ਸੀ। ਜਰਮਨੀ 'ਚ ਤਾਂ ਕਦੇ ਸੋਚ ਨਹੀਂ ਸਕਦੇ ਸੀ। ਅਜੇ ਜਦੋਂ ਹੋਰ ਯੂਰਪ ਦੇ ਯਹੂਦੀ ਰੌਲਾ ਪਾਉਂਦੇ ਸੀ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ ਹੈ, ਪੋਲੈਂਡ ਦੇ ਕਹਿੰਦੇ ਸੀ, ਜਾਂ ਈਸਟਰਨ ਯੂਰਪ ਦੇ ਯਹੂਦੀ ਕਹਿੰਦੇ ਸੀ, ਰੂਸ ਦੇ ਕਹਿੰਦੇ ਸੀ, ਤਾਂ ਜਰਮਨੀ ਦੇ ਯਹੂਦੀ ਉਹਨਾਂ ਨੂੰ ਕਹਿੰਦੇ ਸੀ ਕਿ ਵੀ ਆਰ ਡਿਫਰੈਂਟ ਫਰਮ ਯੂ। ਤੁਹਾਡੀ ਸਮੱਸਿਆ ਹੋ ਸਕਦੀ ਹੈ, ਸਾਨੂੰ ਤਾਂ ਜਿਹੜਾ ਕੈਸਰ ਹੈ, ਕੈਸਰ ਸੀਗਾ ਜਿਹੜਾ ਸਰਕਾਰ ਦਾ ਮੁਖੀ ਜਰਮਨੀ ਦਾ, ਸਾਨੂੰ ਤਾਂ ਉਹ ਖਾਣੇ ਦੀ ਦਾਵਤ ਤੇ ਬੁਲਾਉਂਦਾ ਸੀ ਤਾਂ ਉਹਦੇ ਨਾਲ ਬਹਿ ਕੇ ਖਾਣੇ ਖਾਂਦੇ ਆ। ਇਹ ਸਾਡੇ ਤਾਂ ਰੁਤਬਾ ਉਹ ਹੈ ਜਰਮਨੀ ਦੇ ਵਿੱਚ, ਕਿਸੇ ਪੱਖੋਂ ਵੀ ਕੋਈ ਡਿਸਕ੍ਰਿਮੀਨੇਸ਼ਨ ਦਾ ਮਾਮਲਾ ਹੀ ਕੋਈ ਨਹੀਂ। ਆਖਰੀ ਦਮ ਤੱਕ ਉਹ ਇਹ ਕਹਿੰਦੇ ਰਹੇ, ਇੱਕ ਇਲੂਜਨ ਪਾਲ ਲਿਆ ਆਪਣੇ ਬਾਰੇ, ਉਸ ਇਲੂਜਨ ਦੇ ਵਿੱਚ ਰਹੇ। ਜਦੋਂ ਉਹ ਇਲੂਜਨ ਟੁੱਟਿਆ ਤਾਂ ਉਹ ਬੇਦਿਲ ਨਹੀਂ ਹੋਏ। ਉਹਨਾਂ ਨੇ ਫੇਰ ਉਸ ਤਰ੍ਹਾਂ ਜਿਵੇਂ ਇੰਟੈਲੀਜੈਂਟ ਬੰਦੇ ਰਿਸਪੌਂਡ ਕਰਦੇ ਨੇ, ਉਹਨਾਂ ਨੇ ਉਸ ਤਰ੍ਹਾਂ ਹੀ ਕੀਤਾ ਕਿ ਲੈਟ ਅਸ ਟਰਾਈ ਟੂ ਅੰਡਰਸਟੈਂਡ ਇਟ, ਕਿ ਦੁਬਾਰਾ ਨਾ ਵਾਪਰ ਜੇ ਕਿਤੇ। ਉਹਨਾਂ ਦੇ ਵਿਦਵਾਨਾਂ ਨੇ ਟੀਮਾਂ ਦੀਆਂ ਟੀਮਾਂ, ਤੁਸੀਂ ਉਹਨਾਂ ਦੀਆਂ ਕਿਤਾਬਾਂ ਜੇ ਦੇਖੋ ਵੀ ਕੋਈ ਗਿਣਤੀ ਨਹੀਂ ਜਿੰਨੀਆਂ ਕਿਤਾਬਾਂ ਉਹਨਾਂ ਨੇ ਲਿਖਤੀਆਂ, ਜਿੰਨੀਆਂ ਫਿਲਮਾਂ ਉਹਨਾਂ ਨੇ ਬਣਾਤੀਆਂ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਐਂਡ ਸਟੈਂਡਰਡ ਦੀਆਂ। ਜੋ ਕੁਛ ਉਹਨਾਂ ਨੇ ਮਿਊਜ਼ੀਅਮ ਬਣਾਏ ਜਾਂ ਹੋਰ ਸਾਰਾ ਕੁਝ ਉਹ ਸਭ ਦੇ ਸਾਹਮਣੇ ਹੈ। ਸੋ ਉਹਨਾਂ ਨੇ ਇਹ ਸੀ ਵੀ ਗੱਲ ਕੀ ਹੋਈ, ਉਹ ਇਸ ਸਿੱਟੇ ਤੇ ਪਹੁੰਚੇ ਕਿ ਜਿਹੜਾ ਸਾਡਾ ਇਹ ਇਲੂਜਨ ਸੀ ਕਿ ਅਸੀਂ ਬਹੁਤ ਲਾਇਕ ਹਾਂ, ਅਸੀਂ ਤਾਂ ਬਹੁਤ ਉੱਚੇ ਰੁਤਬਿਆਂ ਤੇ ਬੈਠੇ ਆ। ਇਹ ਲਿਆਕਤ ਤੇ ਰੁਤਬੇ, ਜਦੋਂ ਤਸਵ ਦੀ ਲਹਿਰ ਚੱਲਦੀ ਹੈ ਨਾ ਕੋਈ ਹਿੰਸਾ ਦੀ, ਉਹਦੇ ਸਾਹਮਣੇ ਉਦੋਂ ਕੋਈ ਨਹੀਂ ਇਹਨਾਂ ਚੀਜ਼ਾਂ ਨੂੰ ਦੇਖਦਾ। ਸਾਡੇ ਆਪਣੇ ਸਾਹਮਣੇ ਜਨਰਲ ਅਰੋੜਾ, ਜਗਜੀਤ ਸਿੰਘ ਅਰੋੜਾ, ਜਿਹਨੂੰ ਕੁਝ ਚਿਰ ਪਹਿਲਾਂ ਦੇਸ਼ ਨੇ ਕੌਮ ਦਾ ਹੀਰੋ ਕਿਹਾ ਦੇਸ਼ ਦਾ, ਤੇ 84 ਦੇ ਵਿੱਚ ਉਹਨੇ ਆਪਣੇ ਗੁਆਂਢੀ ਦੇ ਘਰੇ ਛੁਪ ਕੇ ਜਾਨ ਬਚਾਈ ਸੀ। ਏਅਰ ਮਾਰਸ਼ਲ ਅਰਜਨ ਸਿੰਘ ਤੋਂ ਵੱਡਾ ਸੀ ਬੰਦਾ ਕੌਣ ਪੈਦਾ ਕਰ ਲਾਂਗੇ। ਉਹਦਾ ਪੜ੍ਹ ਕੇ ਦੇਖੋ ਉਹ ਕੀ ਕਹਿੰਦਾ ਹੈ।
ਮਤਲਬ ਕਿਵੇਂ ਚੋਰਾਂ ਵਾਂਗੂ ਛੁਪ ਕੇ ਜਾਨ ਬਚਾਉਣੀ ਪਈ ਉਸ ਕੌਮ ਦੇ ਹੀਰੋ ਨੂੰ। ਕਿਉਂ? ਕਿਉਂਕਿ ਸਿੱਖ ਹੈ ਉਹ। ਸੋ ਇਹ ਜਿਹੜਾ ਇਲੂਜਨ ਹੈ ਮਹਿੰਗੇ ਬੜੇ ਪੈਂਦੇ ਹਰ ਕੌਮ ਨੂੰ ਪਏ। ਗੱਲ ਕੀ ਵਾਪਰਦੀ ਹੈ, ਯਹੂਦੀਆਂ ਨੇ ਵੀ ਇਹ ਸਿੱਟਾ ਕੱਢਿਆ ਕਿ ਜਿਹੜੀ ਤੁਹਾਡੀ ਰਾਜ ਸੱਤਾ ਹੈ, ਜਿਹੜੀ ਮੈਜੋਰਟੀ ਹੈ, ਜਿਹਦੇ ਹੱਥ 'ਚ ਤਾਕਤ ਹੈ, ਜੇ ਉਹਦੇ ਵਿੱਚ ਕੋਈ ਜੈਨੋਸਾਈਡਲ ਇੰਪਲਸ ਕੰਮ ਕਰ ਰਹੀ ਹੈ, ਨਸਲਕੁਸ਼ੀ ਦੀ ਕੋਈ ਲੁਕਮੀ ਤਰੰਗ ਹੈ ਕੋਈ, ਉਹ ਹਰ ਵੇਲੇ ਨਹੀਂ ਐਕਟੀਵੇਟ ਹੁੰਦੀ ਹਰ ਰੋਜ਼ ਕਤਲੇਆਮ ਨਹੀਂ ਹੁੰਦੇ। ਕਦੇ ਕੀ ਹੁੰਦਾ ਕਿ ਨਾਰਮਲ ਪੀੜ ਤੁਹਾਨੂੰ ਪਤਾ ਨਹੀਂ ਲੱਗਦਾ, ਅੰਦਰ ਤਾਕਤ ਫੜਦੀ ਰਹਿੰਦੀ ਹੈ। ਇੱਕ ਮੂਮੈਂਟ ਆਉਂਦਾ, ਮੂਮੈਂਟ ਆਫ ਸਟ੍ਰੈਸ ਜਾਂ ਸੰਕਟ, ਜਦੋਂ ਉਹ ਖੁੱਲ ਕੇ ਪ੍ਰਗਟ ਹੁੰਦੀ ਹੈ। ਜੇ ਤੁਸੀਂ ਉਹਦੇ ਪਹਿਲੇ ਰੂਪ ਨੂੰ ਨਹੀਂ ਪਛਾਣਦੇ ਤਾਂ ਮੌਕੇ ਤੇ ਤੁਸੀਂ ਕੁਝ ਨਹੀਂ ਕਰ ਸਕਦੇ। ਇਹ ਸੀ ਯਹੂਦੀਆਂ ਨੇ ਸਿੱਟਾ ਕੱਢਿਆ। ਉਹ ਕਹਿੰਦੇ ਅਚਾਨਕ ਕੁਝ ਨਹੀਂ ਹੋਇਆ। 1933 ਚ ਕਾਨੂੰਨ ਬਣਨੇ ਸ਼ੁਰੂ ਹੋ ਗਏ ਸੀ। 33, 34, 35, 36 ਇੱਕ ਕਾਨੂੰਨ ਬਣਿਆ, ਦੂਜਾ ਬਣਿਆ, ਤੀਜਾ ਬਣਿਆ ਡਿਸਕ੍ਰਿਮੀਨੇਸ਼ਨ ਦੇ। ਕਹਿੰਦੇ ਅਸੀਂ ਇਹੀ ਸੋਚੀ ਗਏ ਵੀ ਚਲੋ ਕੋਈ ਨਹੀਂ, ਇੰਨਾ ਕੁ ਸਮਝੌਤਾ ਕਰ ਲੈਂਦੇ ਆ, ਫੇਰ ਕੀ ਹੈ। ਇੱਕ ਡਿਸਕ੍ਰਿਮੀਨੇਸ਼ਨ ਝੱਲਿਆ, ਦੂਜਾ ਝੱਲਿਆ, ਤੀਜਾ ਝੱਲਿਆ। ਇਹ ਇੱਕ ਪ੍ਰੋਗਰੈਸ਼ਨ ਹੁੰਦਾ, ਗੱਲ ਬਿਲਡਅਪ ਹੁੰਦੀ ਜਾਂਦੀ ਹੈ। ਇੱਕੋ ਮੌਕਾ ਆਉਂਦਾ ਫਿਰ ਜਿੱਥੇ ਜਾ ਕੇ ਉਹ ਖੁੱਲ ਕੇ ਪ੍ਰਗਟ ਹੁੰਦੀ ਹੈ। ਸੋ ਮੌਕੇ ਦੀ ਰਾਜ ਸੱਤਾ ਤੇ ਜਿਹਦੇ ਨਾਲ ਤੁਹਾਨੂੰ ਰਹਿਣਾ ਪੈ ਰਿਹਾ। ਹੁਣ ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਇੱਥੇ ਰਹਿਣਾ ਨਹੀਂ, ਰਹਿਣਾ ਹੈ, ਪਰ ਇੱਕ ਚਤੰਨ ਸਿਟੀਜ਼ਨ ਹੋਣ ਦੇ ਨਾਤੇ। ਤੇ ਜੇ ਤੁਹਾਨੂੰ ਜਿਹੜੀ ਇੱਥੋਂ ਦੀ ਬਹੁ ਗਿਣਤੀ ਹੈ, ਉਹਦੀ ਮਾਨਸਿਕਤਾ ਦਾ ਤੇ ਉਹਦੇ ਸੁਭਾਅ ਦਾ, ਉਹਦੇ ਕਿਰਦਾਰ ਦਾ, ਉਹਦੀਆਂ ਰੁਚੀਆਂ ਦਾ, ਉਹਦੀਆਂ ਪ੍ਰਵਿਰਤੀਆਂ ਦਾ ਨਹੀਂ ਪਤਾ ਹੋਊਗਾ, ਤੇ ਅਸੀਂ ਆਪਦੇ ਕਿਸੇ ਇਲੂਜਨ ਦੇ ਵਿੱਚ, ਭਰਮਾਂ ਦੇ ਵਿੱਚ ਜਿਉਵਾਂਗੇ, ਤਾਂ ਅਸੀਂ ਕੱਲ ਨੂੰ ਫੇਰ ਕਿਤੇ ਖਤਾ ਖਾ ਸਕਦੇ। ਕਿਉਂਕਿ ਜਿੱਥੋਂ ਜਿਹੜੀ ਇਹ ਗੱਲ ਆਉਂਦੀ ਹੈ, ਅਸੀਂ ਇਹ ਕਹਿ ਦਿੰਦੇ ਹਾਂ ਕਿ ਬਾਕੀ ਸਾਰੇ ਹਿੰਦੂ ਇੱਕੋ ਜਿਹੇ ਨਹੀਂ। ਆਪਾਂ ਸਾਰੇ ਕਹਿੰਦੇ ਹਾਂ, ਕੌਣ ਕਹਿੰਦਾ ਕਿ ਸਾਰੇ ਹਿੰਦੂ ਇੱਕੋ ਜਿਹੇ ਨਹੀਂ? ਪਰ ਸਾਰੇ ਇੱਕੋ ਜਿਹੇ ਹੋਣ ਦੀ ਲੋੜ ਨਹੀਂ ਹੁੰਦੀ। ਮੈਂ ਕਹਿਣਾ ਜੇ 100 ਚੋਂ 80 ਵੀ ਹੈਗਾ ਇੱਕ ਲਾਈਨ 'ਚ ਕੰਮ ਕਰ ਰਿਹਾ, 20 ਬੰਦੇ ਬਹੁਤ ਚੰਗੇ ਹੋਣ, ਉਹ ਤੁਹਾਨੂੰ ਬਚਾ ਨਹੀਂ ਸਕਣਗੇ। ਮੁਗਲਾਂ ਵੇਲੇ ਸਾਰੇ ਇਹ ਮੁਸਲਮਾਨ ਇੱਕੋ ਜਿਹੇ ਨਹੀਂ ਸੀ। ਪੀਰ ਬੁੱਧੂ ਸ਼ਾਹ ਮੁਸਲਮਾਨ ਹੀ ਸੀ। ਕਿਵੇਂ ਆਪਦੇ ਪੁੱਤਰ ਵੀ ਵਾਰ ਤੇ ਗੁਰੂ ਸਾਹਿਬ ਦੇ ਪੱਖ 'ਚੋਂ ਆਇਆ। ਮੀਆਂ ਮੀਰ ਮੁਸਲਮਾਨ ਹੀ ਸੀ। ਅਨੇਕਾਂ ਉਦਾਹਰਨਾਂ ਤੁਸੀਂ ਲੈ ਸਕਦੇ ਹੋ, ਪਰ ਉਹ ਮੁਗਲ ਸਟੇਟ ਦਾ ਖਾਸਾ ਥੋੜਾ ਬਦਲਤਾ ਉਹਨਾਂ ਨੇ। ਸੋ ਦੇਖਣਾ ਕੀ ਹੁੰਦਾ ਹੈ, ਸਾਡੇ ਸਾਹਮਣੇ ਬਹੁਤ ਕੁਝ ਵਾਪਰ ਰਿਹਾ ਹੁੰਦਾ ਹੈ। ਵੀ ਅੱਜ ਪਤਤਪਣੇ ਦੀ ਸਮੱਸਿਆ ਹੈ, ਐਜੂਕੇਸ਼ਨ ਦੀ ਘਾਟ ਹੈ, ਜਿਹੜੇ ਬੈਕਵਰਡ ਸੈਕਸ਼ਨ ਉਹਨਾਂ ਨੂੰ ਨਾਲ ਲੈਣ, ਅਨੇਕਾਂ ਪ੍ਰੋਬਲਮ ਹੈ। ਇਸ ਗੱਲ 'ਚ ਕੋਈ ਰੌਲਾ ਨਹੀਂ, ਇੱਕ ਨਹੀਂ ਪ੍ਰੋਬਲਮ, ਬੜੀਆਂ ਤੈਹਾਂ ਸਾਡੇ ਸਾਹਮਣੇ ਸਮੱਸਿਆਵਾਂ ਦੀਆਂ। ਸਾਰੇ ਵੀ ਆਹ ਖਤਰਾ ਹੈ, ਪਰ ਉਹਦਾ ਕੇਂਦਰ ਲੱਭਣਾ ਪਊ ਕਿਤੇ, ਜਿਹਨੂੰ ਕੀ ਲਿੰਕ ਕਹਿੰਦੇ ਆ। ਜਿਹੜੀ ਤਾਣੀ ਹੁੰਦੀ ਹੈ ਨਾ ਉਲਝੀ ਹੋਈ, ਉਸ ਨੂੰ ਤੁਸੀਂ ਜਿੱਥੋਂ ਮਰਜ਼ੀ ਹੱਥ ਪਾ ਕੇ ਨਹੀਂ ਸੁਲਝਾ ਸਕਦੇ। ਇੱਕ ਕੋਈ ਇਹੋ ਜਿਹਾ ਨੁਕਤਾ ਹੁੰਦਾ ਜਿਹਨੂੰ ਕੀ ਲਿੰਕ ਕਹਿੰਦੇ ਆ। ਜਿੰਨਾ ਚਿਰ ਅਸੀਂ ਕੀ ਲਿੰਕ ਨੂੰ ਨਹੀਂ ਬੁੱਝਦੇ, ਅਸੀਂ ਉਹ ਤਾਣੀ ਨੂੰ ਸੁਲਝਾ ਨਹੀਂ ਸਕਦੇ। ਸੋ ਪੋਲਿਟਿਕਸ ਦਾ ਜਿਹੜਾ ਸੈਂਟਰਲ ਗੱਲ ਉਹ ਹੈ ਵੀ ਟਰਾਈ ਟੂ ਅੰਡਰਸਟੈਂਡ ਕੀ ਲਿੰਕ, ਕਿੱਥੋਂ ਹੱਥ ਪਾਈਏ। ਸਭ ਕੁਝ ਕਰਨ ਵਾਲਾ ਹੈ, ਉਹ ਹੋਊਗਾ ਇੱਕ ਖਾਸ ਰਿਲੇਸ਼ਨ 'ਚ ਰੱਖ ਕੇ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਸਾਨੂੰ ਇੱਥੇ ਰਹਿੰਦੇ ਹੋਏ ਬਿਲਕੁਲ ਕਿਸੇ ਭਰਮ 'ਚ ਨਹੀਂ ਰਹਿਣਾ ਚਾਹੀਦਾ। ਆਪਣੀ ਲਿਆਕਤ ਵੀ ਵਧਾਉਣੀ ਚਾਹੀਦੀ ਹੈ ਐਜੂਕੇਸ਼ਨ ਦੇ ਸਾਰੇ ਖੇਤਰਾਂ 'ਚ। ਇਸ ਗੱਲ 'ਚ ਕੋਈ ਰੌਲਾ ਨਹੀਂ ਕਿ ਸਾਨੂੰ ਅੱਗੇ ਵਧਣਾ ਚਾਹੀਦਾ, ਉਹਦੇ ਨਾਲ ਸਾਡਾ ਕਾਫੀ ਹੱਦ ਤੱਕ ਬਚਾਅ ਹੋ ਜੂ। ਪਰ ਅਲਟੀਮੇਟਲੀ ਇਹ ਗੱਲ ਸਾਨੂੰ ਜਾਣਨੀ ਪਊਗੀ ਕਿ ਜੋ ਹਿੰਦੂ ਮੈਜੋਰਟੀ ਹੈ, ਉਹਦੇ ਵਿੱਚ ਕਿਸ ਕਿਸਮ ਦੀ ਇੰਪਲਸ ਕੰਮ ਕਰ ਰਹੀ ਹੈ। ਪਤਾ ਨਹੀਂ, ਤੁਸੀਂ ਮਤਲਬ ਰੋਜ਼ ਦੇਖੋ ਨਾ, ਤੁਸੀਂ ਟੀਵੀ ਤੇ ਹੋ ਰਹੀਆਂ ਬਹਿਸਾਂ ਦੇਖੋ, ਕਿੰਨੀ ਨਫ਼ਰਤ ਤੇ ਕਿੰਨੀ ਹਿੰਸਾ ਉਹਨਾਂ ਦੇ ਬੋਲਾਂ 'ਚੋਂ। ਉਹ ਧੌਂਸ, ਐਰੋਗੈਂਸ ਵੱਧ ਰਹੀ ਹੈ, ਦਿਨੋਂ ਦਿਨ ਬਿਲਡਅਪ ਹੋਈ ਜਾ ਰਹੀ ਹੈ। ਇਹ ਭੁੱਲ ਜੋ ਬੀਜੇਪੀ ਤੇ ਕਾਂਗਰਸ, ਬੀਜੇਪੀ ਆ ਗਈ ਤਾਂ ਉਹ ਹਿੰਦੂ ਸ਼ੌਬ ਆ ਗਿਆ ਫਾਸਿਜ਼ਮ, ਤੇ ਜੇ ਕਾਂਗਰਸ ਆ ਗਈ ਤਾਂ ਜਮਹੂਰੀਅਤ ਹੋ ਗਈ। ਇਹ ਸਭ ਪੋਲੀਟੀਕਲ ਫਰੰਟ ਹੈ। ਉਹ ਅੰਡਰਸਟੈਂਡ ਕਰੋ ਹਿੰਦੂ ਮਾਨਸਿਕਤਾ ਨੂੰ। ਉਹਦਾ ਹੁਣ ਕਾਰਨ ਕੀ ਹੈ? ਉਹਨਾਂ ਦੇ ਮਨ 'ਚ ਵਸਿਆ ਪਿਆ ਕਿ ਅਸੀਂ ਦੇਸ਼ ਦੇ ਮਾਲਕ ਹਾਂ, ਸਾਡਾ ਦੇਸ਼ ਹੈ, ਤੇ ਜਿਹੜਾ ਇਹਦੇ ਖਿਲਾਫ ਕੋਈ ਬੋਲਦਾ ਹੈ, ਦੇਸ਼ ਦੇ ਖਿਲਾਫ ਨਾ ਵੀ ਬੋਲੇ। ਸਿੱਖ ਦੇਸ਼ ਦੇ ਖਿਲਾਫ ਥੋੜਾ ਬੋਲਦੇ ਨੇ,
ਮਤਲਬ ਕਿੱਥੇ ਬੋਲ ਤੇ ਸਿੱਖਾਂ ਜਦੋਂ ਗੱਲ ਸ਼ੁਰੂ ਕੀਤੀ ਆਪਦੀਆਂ ਮੰਗਾਂ ਦੇਖ ਲਓ, ਧਰਮ ਯੁੱਧ ਮੋਰਚੇ ਦੀਆਂ ਕਿਹੜੀ ਮੰਗ ਆ ਜਿਹੜੀ ਦੇਸ਼ ਦੇ ਖਿਲਾਫ ਹੈ? ਸਵੈ ਰੱਖਿਆ ਦੀ ਗੱਲ ਹੀ ਹੈ ਨਾ, ਵੀ ਅਸੀਂ ਇਸ ਦੇਸ਼ ਦੇ ਅੰਦਰ ਰਹਿੰਦੇ ਹੋਏ ਆਪਦੇ ਧਰਮ ਦੀ ਜਿਹੜਾ ਆਤਮਿਕ ਸਰੂਪ ਆ ਉਹਨੂੰ ਸੁਤੰਤਰ ਤੇ ਸਪੱਸ਼ਟ ਰੱਖਣਾ ਚਾਹੁੰਦੇ ਹਾਂ। ਜਿਵੇਂ ਸਾਨੂੰ ਗੁਰੂ ਸਾਹਿਬ ਨੇ ਸਿਰਜਿਆ, ਅਸੀਂ ਤਾਂ ਉਹਨੂੰ ਉਵੇਂ ਬੇਦਾਗ ਰੱਖਣਾ ਚਾਹੁੰਦੇ ਹਾਂ। ਇਹ ਸਿੱਖ ਦੇ ਮਨ ਚੋਂ ਕੋਈ ਕੱਢ ਨਹੀਂ ਸਕਦਾ। ਕਤਲ ਜਿੰਨੇ ਮਰਜ਼ੀ ਕਰ ਲੈਣ, ਇਤਿਹਾਸ ਹੋਰ ਬਥੇਰੇ ਹੋਏ, ਇਹੀ ਗੱਲ ਸਿੱਖਾਂ ਨੂੰ ਬਚਾਈ ਬੈਠੀ ਹੈ। ਇਹ ਸਿੱਖਾਂ ਦੇ ਖੂਨ ਤੇ ਯਕੀਨ ਦਾ ਪਾਰਟ ਬਣ ਚੁੱਕੀ ਹੈ ਕਿ ਅਸੀਂ ਸਾਡੇ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਸਾਨੂੰ ਸਿਰਜਿਆ ਉਹਨੂੰ ਉਸ ਤਰ੍ਹਾਂ ਹੀ ਉਸੇ ਖਾਲਸ ਰੂਪ ਦੇ ਵਿੱਚ ਉਹਦੀ ਉਹ ਆਤਮਿਕ ਸਰੂਪ ਉਹਦਾ ਉਹ ਸੁਤੰਤਰ ਰੱਖਣਾ। ਹੁਣ ਇਹ ਦੇਸ਼ ਦੇ ਖਿਲਾਫ ਕਿਵੇਂ ਹੋ ਗਿਆ? ਇਹ ਗੱਲ ਸਹਿਣ ਕਿਉਂ ਨਹੀਂ ਹੁੰਦੀ? ਆਪ ਨੂੰ ਸਮਝਣ ਦੀ ਇਹ ਲੋੜ ਹੈ। ਹੁਣ ਦਰਬਾਰ ਸਾਹਿਬ ਤੋਂ ਇਹ ਮੰਗ ਸੀ ਵੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਰਿਲੇ ਕਰਨ ਦੀ ਸਾਨੂੰ ਟਰਾਂਸਮੀਟਰ ਲਾਇਆ ਜਾਵੇ। ਕਿੰਨੇ ਗ੍ਰਿਫਤਾਰੀਆਂ ਹੋਈਆਂ, ਗੋਲੀਆਂ ਚੱਲ ਗਈਆਂ, ਕਰਫਿਊ ਲੱਗ ਗਏ, ਤੇ ਆ ਹੁਣ ਉੱਥੋਂ ਹੋ ਹੀ ਜਾ ਰਿਹਾ ਨਾ ਪ੍ਰਸਾਰ ਨੂੰ। ਤੇ ਜੇ ਇਹ ਗੱਲ ਉਦੋਂ ਹੀ ਮੰਨ ਲਈ ਜਾਂਦੀ, ਮਸਲਾ ਹੱਲ ਨਹੀਂ ਸੀ ਹੋ ਸਕਦਾ। ਕਿੰਨੀਆਂ ਗੱਲਾਂ ਨੇ ਇਸ ਕਿਸਮ ਦੀਆਂ। ਸੋ ਜਿਹੜਾ ਇਹ ਰਵੱਈਆ ਨਾ, ਇੱਕ ਧੌਂਸਗੀਰੀ ਵਾਲਾ ਹੰਕਾਰ ਬਹੁ ਗਿਣਤੀ ਦਾ, ਕਿ ਅਸੀਂ ਆ ਬਹੁ ਗਿਣਤੀ 'ਚ ਸਾਨੂੰ ਜਿਵੇਂ ਠੀਕ ਲੱਗੂ ਅਸੀਂ ਉਵੇਂ ਚੱਲਾਂਗੇ। ਤੇ ਜਦੋਂ ਬਹੁ ਗਿਣਤੀ 'ਚ ਹੰਕਾਰ ਆ ਜੇ, ਤੁਹਾਡੀ ਲਿਆਕਤ ਕੁਛ ਨਹੀਂ ਕਰ ਸਕਦੀ, ਤੁਹਾਡਾ ਬਚਾਅ ਨਹੀਂ ਕਰ ਸਕਦੀ। ਸੋ ਟਰਾਈ ਟੂ ਆਇਡੈਂਟੀਫਾਈ ਇਟ, ਉਹਦੇ ਖਿਲਾਫ ਸੰਘਰਸ਼ ਕਰੋ। ਹਿੰਦੂ ਸਮਾਜ ਮੋਨੋਲਿਥਿਕ ਨਹੀਂ, ਉਹ ਸਾਰਾ ਇੱਕੋ ਜਿਹਾ ਨਹੀਂ, ਉਹ 'ਚ ਬੜੀਆਂ ਪਰਤਾਂ। ਜਿੰਨਾ ਵੀ ਜਿਹੜਾ ਨੂੰ ਅਸੀਂ ਲੋਅਰ ਕਹਿ ਦਿੰਦੇ ਆ, ਬੈਕਵਰਡ ਕਲਾਸਿਸ ਜਾਂ ਹੋਰ ਸਾਰੀਆਂ, ਉਹ ਸਾਡੇ ਨਾਲ ਜੁੜ ਸਕਦੀਆਂ। ਸਾਨੂੰ ਕੋਈ ਸਟ੍ਰੈਟਜੀ ਬਣਾਉਣੀ ਪਊ ਕਿ ਅਸੀਂ ਇਸ ਦੇਸ਼ 'ਚ ਰਹਿ ਕੇ ਆਪਦੀ ਰੱਖਿਆ ਕਿਵੇਂ ਕਰਨੀ ਹੈ। ਉਹਦੇ 'ਚੋਂ ਇੱਕ ਬਹੁਤ ਵੱਡਾ ਇਹ ਹੋਊ ਕਿ ਹਿੰਦੂ ਸਮਾਜ ਦੇ ਉਹ ਪੀੜਤ ਹਿੱਸੇ ਜਿਹੜੇ ਖੁਦ ਜ਼ਬਰ ਦਾ ਸ਼ਿਕਾਰ ਨੇ, ਅਸੀਂ ਉਹਨਾਂ ਵੱਲ ਸਾਡਾ ਰਵੱਈਆ ਕੀ ਹੈ, ਉਹ ਇੱਕ ਸਾਡੀ ਬਹੁਤ ਵੱਡੀ ਢੋਈ ਬਣਨਗੇ। ਬਾਕੀ ਜਿਹੜੀਆਂ ਹੋਰ ਦੇਸ਼ ਦੀਆਂ ਘੱਟ ਗਿਣਤੀਆਂ ਜਾਂ ਹੋਰ ਸਾਰੇ ਉਸ ਤਰ੍ਹਾਂ ਅੱਛਾ, ਕਿਉਂਕਿ ਮਸਲਾ ਜਿਹੜਾ ਹੈਗਾ ਇਹ ਕਹਿਣ ਨੂੰ ਅਸੀਂ ਇਹ ਕਹਿ ਸਕਦੇ ਹਾਂ ਵੀ ਇਹ ਤਾਂ ਭਾਵੁਕਤਾ ਨਾਲ ਸੋਚਣ ਵਾਲੀ ਗੱਲ ਹੈ। ਇਹ ਕੋਈ ਭਾਵੁਕਤਾ ਵਾਲੀ ਗੱਲ ਨਹੀਂ। ਪਰ ਜੇ ਅਸੀਂ ਅਜੇ ਵੀ ਕੁਛ ਨਾ ਸੋਚਿਆ, ਕਿਉਂਕਿ ਮੈਂ ਫਿਰ ਇਸ ਗੱਲ 'ਚ ਯਹੂਦੀਆਂ ਦਾ ਇਤਿਹਾਸ ਪੜ੍ਹਿਆ, ਅਰਮੀਨੀਆਂ ਵਾਲਿਆਂ ਨਾਲ ਟਰਕੀ ਦੇ ਵਿੱਚ ਤੇ ਰੂਸ ਦੇ ਵਿੱਚ ਜਿੰਨੇ ਜ਼ੁਲਮ ਹੋਏ ਹੈ, ਬਹੁਤ ਲਾਇਕ ਨੇ ਉਹ। ਬਲਗਾਰੀਆ ਵਾਲਿਆਂ ਨਾਲ ਜਿੰਨਾ ਕੁਛ ਹੋਇਆ, ਗਰੀਕ ਵਾਲਿਆਂ ਨਾਲ ਟਰਕੀ ਦੇ ਵਿੱਚ ਜੋ ਕੁਛ ਵਾਪਰਿਆ, ਰਵਾਂਡਾ ਦੇ ਵਿੱਚ ਜੋ ਟੁਟਸੀ ਭਾਈਚਾਰੇ ਨਾਲ ਹੋਇਆ, ਤੁਸੀਂ ਜਗ੍ਹਾ ਜਗ੍ਹਾ ਤੇ ਜਿਹੜੀਆਂ ਨਸਲਕੁਸ਼ੀਆਂ ਚੱਲ ਰਹੀਆਂ ਨੇ, ਉਹਦੇ 'ਚ ਗੱਲ ਕੀ ਹੈ ਕਿ ਬਹੁ ਗਿਣਤੀ 'ਚ ਜਦੋਂ ਜੈਨੋਸਾਈਡਲ ਇੰਪਲਸ ਪੈਦਾ ਹੁੰਦੀ ਹੈ ਤੇ ਕਿਸੇ ਖਾਸ ਮੌਕੇ ਤੇ ਜਾ ਕੇ ਉਹ ਫਲੇਅਰ ਅਪ ਹੋ ਜਾਂਦੀ ਹੈ। ਉਹਨੂੰ ਪਛਾਣਨ ਦੀ ਕੋਸ਼ਿਸ਼ ਕਰੋ। ਇਹ ਮੰਨ ਲਓ ਕਿ ਬਹੁ ਗਿਣਤੀ ਹਿੰਦੂ ਵਰਗ ਤੋਂ ਭਾਵ ਜਿਹੜਾ ਅਪਰ ਕਾਸਟ ਹੈ, ਅਪਰ ਕਾਸਟ ਆ, ਉਹਨਾਂ 'ਚ ਬੜੇ ਪੁਰਾਣੀ ਇਹ ਗੱਲ ਸੁਪਰੀਮੇਸੀ ਕਿ ਅਸੀਂ ਸੁਪੀਰੀਅਰ ਹਾਂ, ਕਿਉਂਕਿ ਉਹਨੂੰ ਉਹਨਾਂ ਨੇ ਇੱਕ ਦੇਵੀ ਪ੍ਰਵਾਨਗੀ ਵੀ ਦਿੱਤੀ ਹੋਈ ਹੈ, ਜਿਵੇਂ ਡਿਵਾਈਨ ਸੈਕਸ਼ਨ ਲਈ ਹੋਈ ਹੈ ਕਿ ਸਾਨੂੰ ਤਾਂ ਰੱਬ ਨੇ ਸਿਰਜਿਆ ਹੀ ਇਸ ਤਰ੍ਹਾਂ। ਜਿਹੜਾ ਉਹ ਮਿੱਥ ਬਣਾਇਆ ਨਾ ਕਿ ਇੱਕ ਸਿਰ ਚੋਂ, ਬਾਜੂ ਚੋਂ ਤੇ ਜੰਘਾਂ ਚੋਂ ਤੇ ਪੈਰਾਂ ਚੋਂ, ਉਹ ਤੁਸੀਂ ਪੱਕੀਆਂ ਤਕਦੀਰਾਂ ਨਿਸ਼ਚਿਤ ਕਰਤੀਆਂ ਕੌਮਾਂ ਦੀਆਂ। ਹੁਣ ਜਿਹੜੇ ਬੰਦੇ ਇਹ ਸਮਝਦੇ ਕਿ ਸਾਨੂੰ ਤਾਂ ਰੱਬ ਨਹੀਂ ਇਸ ਤਰ੍ਹਾਂ ਸਾਜਿਆ ਹੋਇਆ, ਜਿੰਨਾ ਚਿਰ ਇਹ ਬਲੀਫ ਨਹੀਂ ਛੱਡਦੇ ਉਹ ਆਪਦਾ, ਇਹ ਗੱਲ ਉਹਨਾਂ ਦੇ ਬਾਰ-ਬਾਰ ਮਨ 'ਚ ਉੱਠੂਗੀ। ਬੁੱਧ ਧਰਮ ਦਾ ਆਪਾਂ ਦੇਖ ਲਓ ਮਤਲਬ ਇੱਥੇ ਕੀ ਹਾਸ਼ਰ ਹੋਇਆ। ਹਾਲਾਂਕਿ ਜਦੋਂ ਅਸ਼ੋਕ ਦਾ ਰਾਜ ਆਇਆ, ਸਹਿਣ ਕਰੀ ਗਏ। ਉਸ ਮੌਕੇ ਕੋਈ ਕਹਿ ਸਕਦਾ ਸੀ ਕਿ ਹਿੰਦੂ ਧਰਮ 'ਚ ਇੰਨੀ ਸਹਿਣਸ਼ੀਲਤਾ ਹੈ ਕਿ ਬੋਧੀ ਧਰਮ ਆ ਗਿਆ ਤੇ ਬੁੱਧ ਰਾਜ ਕਰ ਰਹੇ ਨੇ, ਗੱਲ ਹੀ ਕੁਛ ਨਹੀਂ। ਉਸ ਤੋਂ ਬਾਅਦ ਕਿਵੇਂ ਨਸਲਕੁਸ਼ੀ ਹੋਈ ਹੈ ਬੋਧੀਆਂ ਦੀ, ਸਾਰੇ ਹਿੰਦੁਸਤਾਨ 'ਚੋਂ ਮੱਠ ਸਾੜੇ ਗਏ, ਬੋਧੀਆਂ ਨੂੰ ਇੱਕ ਵਾਰ ਧਰਤੀ ਤੋਂ ਹੂੰਝ ਕੇ ਸੁੱਟਤਾ ਭਾਰਤ ਦੀ ਤੋਂ, ਤੇ ਬੁੱਧ ਧਰਮ ਜਾ ਕੇ ਦੂਜੇ ਦੇਸ਼ਾਂ ਦੇ ਵਿੱਚ ਫਲੋਰਿਸ਼ ਹੋਇਆ। ਸੋ ਕਿਸੇ ਵੀ ਵਰਗ ਦੀ ਜਿਹੜੀ ਹੈ ਨਾ, ਉਹਦੀ ਅੰਦਰ ਉਹਦੇ ਇੰਪਲਸ ਕੀ ਕੰਮ ਕਰ ਰਹੀ ਹੈ, ਇਹ ਗੱਲ ਇਸਲਾਮ ਦੇ ਵਿੱਚ ਵੀ ਹੈ। ਇਸਲਾਮ ਦੇ ਵਿੱਚ ਵੀ ਹੈ ਦੂਜੇ ਪ੍ਰਤੀ ਫਲੈਕਸੀਬਿਲਿਟੀ ਜਿਹੜੀ ਹੈ ਨਾ, ਕਿ ਦੂਜੇ ਨੂੰ ਸਹਿਣ ਕਰਨ ਦੀ। ਅੱਜ ਦੁਨੀਆ ਸਾਹਮਣੇ ਜਿਹੜਾ ਹੈਗਾ ਮੇਨ ਸੰਕਟ ਉਹ ਇਹੀ ਹੈ, ਕਿਉਂਕਿ ਦੁਨੀਆ ਨੂੰ ਤੁਸੀਂ ਇੱਕੋ ਰੰਗ 'ਚ ਨਹੀਂ ਰੰਗ ਸਕਦੇ। ਸੱਭਿਆਚਾਰਾਂ ਦੇ ਵਖਰੇਵੇਂ ਰਹਿਣਗੇ।
ਅਲੱਗ-ਅਲੱਗ ਨਸਲਾਂ, ਅਲੱਗ-ਅਲੱਗ ਧਰਮਾਂ, ਅਲੱਗ-ਅਲੱਗ ਸੱਭਿਆਚਾਰ, ਬੋਲੀਆਂ ਤੇ ਅਲੱਗ-ਅਲੱਗ ਵਿਰਾਸਤਾਂ ਵਾਲੇ ਲੋਕ ਇੱਥੇ ਵਸਦੇ ਨੇ ਧਰਤੀ ਤੇ ਸ੍ਰਿਸ਼ਟੀ ਦਾ ਨਿਯਮ ਇਹ ਹੈ ਡਿਵਰਸਿਟੀ। ਸ੍ਰਿਸ਼ਟੀ ਨੇ ਸਾਜੀ ਇਸ ਤਰ੍ਹਾਂ ਕੁਦਰਤ, ਨਹੀਂ ਤਾਂ ਇੱਕੋ ਫੁੱਲ ਹੁੰਦਾ। ਅਲੱਗ-ਅਲੱਗ ਫੁੱਲ ਕਿਉਂ, ਅਲੱਗ-ਅਲੱਗ ਜੀਵ ਜੰਤੂ ਕਿਉਂ? ਹਰ ਪਾਸੇ ਦੇਖੋ ਡਿਵਰਸਿਟੀ ਹੈ ਤੇ ਡਿਵਰਸਿਟੀ ਵਿੱਚ ਹੀ ਸੁੰਦਰਤਾ ਸਾਰੀ, ਨਹੀਂ ਤਾਂ ਇੱਥੇ ਸ੍ਰਿਸ਼ਟੀ ਇੰਨੀ ਸੁੰਦਰ ਹੋ ਨਹੀਂ ਸਕਦੀ ਸੀ। ਸੋ ਜੋ ਬਾਇਓਡਿਵਰਸਿਟੀ ਦੀ ਗੱਲ ਕਰਦੇ ਆ ਉਹੀ ਕਲਚਰਲ ਡਿਵਰਸਿਟੀ। ਸੋ ਸ੍ਰਿਸ਼ਟੀ ਦਾ ਨਿਯਮ ਹੈ, ਇਹਦੀ ਕਦਰ ਕਰਨੀ ਚਾਹੀਦੀ, ਇਹਨੂੰ ਖਤਮ ਨਹੀਂ ਕਰਨਾ ਚਾਹੀਦਾ। ਪਰ ਇਹ ਇੰਪਲਸ ਉੱਠ ਰਹੀ ਹੈ ਇਸਲਾਮ ਵਾਲਿਆਂ ਨੂੰ, ਇਹ ਹੈ ਕਿ ਇੱਕ ਵੀ ਕਾਫਰ ਇਸ ਧਰਤੀ ਤੇ ਨਹੀਂ ਬਚਣਾ ਚਾਹੀਦਾ। ਨੈਚੁਰਲੀ ਉਹਨਾਂ ਵਿੱਚੋਂ ਜਦੋਂ ਵੀ ਹੱਥ 'ਚ ਤਾਕਤ ਆਊ ਤਾਂ ਉਹਨਾਂ 'ਚੋਂ ਇੰਪਲਸ ਜਾਗੂ। ਸੋ ਉਹ ਫਲਸਫੇ ਦੇਖੋ, ਫਲਸਫੇ ਕਿਹੜੇ। ਹੁਣ ਹਿੰਦੂ ਧਰਮ ਬਾਰੇ ਸਾਨੂੰ ਇਹ ਇੱਕ ਭੁਲੇਖਾ ਬਣ ਜਾਂਦਾ ਹੈ ਕਿ ਉਹਦੇ ਵਿੱਚ ਇਸ ਕਿਸਮ ਦੀ ਕੱਟੜਤਾ ਨਹੀਂ, ਉਹ 'ਚ ਬਹੁਤ ਫਲੈਕਸੀਬਿਲਿਟੀ ਹੈ, ਉਹਦੇ 'ਚ ਬਹੁਤ ਸਹਿਣਸ਼ੀਲਤਾ। ਗੱਲ ਇਹ ਨਹੀਂ, ਗੱਲ ਸਟ੍ਰੈਟਜੀ ਦੀ ਹੈ। ਮੁਸਲਮਾਨ ਕੀ ਕਰਦਾ ਹੈ? ਉਹ ਫਿਜ਼ੀਕਲ ਐਲੀਮੀਨੇਸ਼ਨ ਕਰਦਾ, ਵਿਰੋਧੀ ਨੂੰ ਸਹਿਣ ਨਹੀਂ ਕਰਦਾ, ਉਹਨੂੰ ਫਿਜ਼ੀਕਲੀ ਐਲੀਮੀਨੇਟ ਕਰਦਾ, ਜਿਸਮਾਨੀ ਖਾਤਮਾ ਉਹਦਾ। ਹਿੰਦੂ ਫਿਜ਼ੀਕਲ ਨਹੀਂ ਐਲੀਮੀਨੇਸ਼ਨ ਨਹੀਂ ਕਰਦਾ, ਕਲਚਰਲ ਅਸਿਮੀਲੇਸ਼ਨ ਕਰਦਾ। ਇੱਕ ਤਾਂ ਕਿਸੇ ਨੂੰ ਪਰਾਇਆ ਕਹਿ ਕੇ ਪਰੇ ਧੱਕ ਦੇਣਾ, ਇੱਕ ਕਿਸੇ ਨੂੰ ਆਪਣਾ ਕਹਿ ਕੇ ਆਪਦੇ ਵਿੱਚ ਹੀ ਜਜ਼ਬ ਕਰ ਲੈਣਾ, ਇਹ ਵੀ ਉਹਦੀ ਹੋਂਦ ਖਤਮ ਕਰਨ ਦੀ ਗੱਲ ਹੈ। ਸੋ ਇਟਸ ਏ ਮੋਸਟ ਡੇਂਜਰਸ। ਹਿਟਲਰ ਨੇ ਇਹ ਨਹੀਂ ਸੀ ਕੀਤਾ, ਹਿਟਲਰ ਦਾ ਐਲੀਮੀਨੇਸ਼ਨ ਦਾ ਹੀ ਸਿੱਧਾ ਕਿ ਜਿੰਨੇ ਯਹੂਦੀ ਆ ਖਤਮ ਕਰ ਦਿਓ, ਕਤਲ ਕਰ ਦਿਓ, ਕੋਈ ਰੌਲਾ ਹੀ ਨਹੀਂ ਉੱਥੇ, ਕਿਸੇ ਨੂੰ ਕਨਫਿਊਜ਼ ਨਹੀਂ, ਕੋਈ ਨਹੀਂ। ਹਿੰਦੂ ਦੀ ਇਹ ਸਟ੍ਰੈਟਜੀ ਨਹੀਂ। ਹਿੰਦੂ ਦੇ ਫਿਰ ਇਹੋ ਜਿਹੇ ਟੂਲ ਨੇ, ਇਹ ਯੁਗਤਾਂ ਨੇ, ਇਹੋ ਜਿਹੇ ਮੈਥਡਸ ਨੇ ਜਿਹਦੇ ਰਾਹੀਂ ਉਹ ਫਿਰ ਉਸ ਦੂਜਾ ਜਿਹੜਾ ਉਹ ਤੋਂ ਵੱਖਰਾ ਹੈ ਉਹਨੂੰ ਉਹ ਆਪਦੇ ਵਿੱਚ ਅਸਿਮੀਲੇਟ ਕਰ ਲੈਂਦਾ। ਤੇ ਪਹਿਲਾਂ ਉਹਦਾ ਹਥਿਆਰ ਇਹ ਹੁੰਦਾ ਕਿ ਦੂਜੇ ਨੂੰ ਡਿਫਾਈਨ ਪਹਿਲਾਂ ਆਪ ਕਰੋ। ਜਿਵੇਂ ਕਿਸੇ ਬਹੁਤ ਵੱਡੇ ਫਿਲਾਸਫਰ ਨੇ ਇਹ ਗੱਲ ਕਹੀ ਹੈ, ਦੀ ਰੂਲ ਇਨ ਦੀ ਐਨੀਮਲ ਕਿੰਗਡਮ ਇਜ਼ ਈਟ ਔਰ ਬੀ ਈਟਨ, ਇਨ ਦੀ ਹਿਊਮਨ ਕਿੰਗਡਮ ਡਿਫਾਈਨ ਔਰ ਬੀ ਡਿਫਾਈਨਡ। ਜਾਨਵਰਾਂ ਦਾ ਤਾਂ ਇਹ ਹੈ ਵੀ ਜਾਂ ਤੁਸੀਂ ਵੱਡਾ ਛੋਟੇ ਨੂੰ ਖਾ ਜੇ ਤੇ ਜਾਂ ਉਹ ਤੁਹਾਨੂੰ ਖਾ ਜੇ। ਤੇ ਇੱਥੇ ਕੀ ਵਾਪਰਦਾ ਹੈ ਵੀ ਜਾਂ ਤਾਂ ਤੁਸੀਂ ਆਪਦੇ ਆਪ ਨੂੰ ਆਪ ਡਿਫਾਈਨ ਕਰੋ ਤੇ ਨਹੀਂ ਫਿਰ ਤੁਹਾਨੂੰ ਅਗਲਾ ਡਿਫਾਈਨ ਕਰੋ ਵੀ ਤੁਸੀਂ ਕੌਣ। ਇਹ ਇੱਕ ਮੈਥਡ ਹੈ। ਸਿੱਖ ਗੁਰੂ ਕੌਣ ਸੀ, ਉਹਨਾਂ ਦਾ ਫਲਸਫਾ ਕੀ ਸੀ, ਸਾਰਾ ਇਤਿਹਾਸ ਕੀ ਹੈ, ਸਿੱਖਾਂ ਨੂੰ ਕੀ ਕਰਨਾ ਚਾਹੀਦਾ, ਇਹ ਹਿੰਦੂ ਡਿਫਾਈਨ ਕਰ ਰਿਹਾ। ਕਦੇ ਸਿੱਖ ਨੇ ਕਿਤੇ ਡਿਫਾਈਨ ਕੀਤਾ ਹਿੰਦੂ ਨੂੰ ਵੀ ਹਿੰਦੂ ਧਰਮ ਕੀ ਹੈ, ਹਿੰਦੂ ਇਤਿਹਾਸ ਐ ਹੋਣਾ ਚਾਹੀਦਾ, ਹਿੰਦੂਆਂ ਨੂੰ ਇਸ ਤਰ੍ਹਾਂ ਬਿਹੇਵ ਕਰਨਾ ਚਾਹੀਦਾ? ਕੋਈ ਕਿਤਾਬਾਂ ਦਿਖਾਓ ਲਿਖੀਆਂ ਹੋਈ। ਸਿੱਖਾਂ ਨੇ ਹਿੰਦੂ ਧਰਮ ਤੇ ਕਿਤਾਬਾਂ ਲਿਖੀਆਂ ਹੋਣ, ਬੜੀਆਂ ਰੇਅਰ ਹੋਣਗੀਆਂ। ਤੇ ਹਿੰਦੂਆਂ ਦੇ ਤੁਸੀਂ ਅਖਬਾਰਾਂ ਦੇ ਆਰਟੀਕਲਾਂ ਤੋਂ ਲੈ ਕੇ ਆਏ ਦਿਨ ਉਹ ਸਾਨੂੰ ਮਤ ਸਿਖਾ ਰਹੇ ਨੇ ਵੀ ਤੁਸੀਂ ਅਸਲ 'ਚ ਆ ਸਿੱਖ ਗੁਰੂ ਤਾਂ ਆ ਸੀ, ਤੁਸੀਂ ਇਹਨੂੰ ਪਛਾਣ ਹੀ ਨਹੀਂ ਸਕੇ। ਸੋ ਇਹ ਜਿਹੜੀ ਹੈ ਵੀ ਕੋਈ ਦੂਜਾ ਸਾਨੂੰ ਆ ਕੇ ਡਿਫਾਈਨ ਕਰੇ, ਇਹ ਇੱਕ ਢੰਗ ਹੈ। ਤੁਹਾਨੂੰ ਕੀ ਸਮਝ ਰਿਹਾ ਵੀ ਇਹਨੂੰ ਅਕਲ ਨਹੀਂ, ਇਹ ਨਹੀਂ ਵੀ ਆਪਦੇ ਆਪ ਨੂੰ ਇਹਨੂੰ ਪਤਾ ਲੱਗ ਜੇ ਮੈਂ ਕੀ ਹਾਂ, ਮੈਂ ਦੱਸਦਾ ਤੂੰ ਕੀ ਆ। ਇਹ ਇੱਕ ਪਾਵਰ ਰਿਲੇਸ਼ਨਸ਼ਿਪ ਹੈ, ਪਾਵਰ ਰਿਲੇਸ਼ਨਸ਼ਿਪ ਡੋਮੀਨੇਸ਼ਨ ਦਾ। ਇਹ ਤੋਂ ਵੱਡਾ ਵਿਤਕਰਾ ਹੋਰ ਕੀ ਹੋ। ਮੈਂ ਤੁਹਾਨੂੰ ਅਨੇਕਾਂ ਉਦਾਹਰਨਾਂ ਦੇ ਸਕਦਾ। ਜਦੋਂ ਵੀ ਕੋਈ ਘਟਨਾ ਆਉਂਦੀ ਹੈ, ਯਾਦਗਾਰ ਬਣਾਉਣੀ ਹੈ ਕਿ ਨਹੀਂ ਬਣਾਉਣੀ, ਦਰਬਾਰ ਸਾਹਿਬ 'ਚ ਅਸੀਂ ਹੁਣ ਆਪਾਂ ਹਿੰਦੂਆਂ ਦੇ ਮਾਮਲਿਆਂ 'ਚ ਕਿੱਥੇ ਦਾਖਲ ਦਿੱਤਾ? ਜੋ ਮਰਜ਼ੀ ਆਪਣੀਆਂ ਯਾਦਗਾਰਾਂ ਬਣਾਉਣ। ਵੀ ਤੁਹਾਨੂੰ ਕੀ ਤਕਲੀਫ ਹੋ ਰਹੀ ਹੈ? ਸਾਡਾ ਇੱਕ ਵਿਰਸਾ ਹੈ, ਸਾਡੀ ਰਵਾਇਤ ਹੈ ਵੀ ਜਿਹਨੇ ਵੀ ਦਰਬਾਰ ਸਾਹਿਬ ਤੇ ਜਦੋਂ ਹਮਲਾ ਹੋਇਆ ਅਸੀਂ ਉਹਦੀ ਯਾਦ ਰੱਖਦੇ ਹਾਂ, ਜੋ ਉਹਦੇ ਸ਼ਹੀਦ ਹੋਏ। ਬਾਬਾ ਦੀਪ ਸਿੰਘ ਦੀ ਬਣੀ ਹੈ, ਬਾਬਾ ਗੁਰਬਖਸ਼ ਸਿੰਘ ਦੀ ਬਣੀ ਹੈ। ਸੋ ਐਡਾ ਵੱਡਾ ਇਹ ਸਾਡੇ ਨਾਲ ਧੱਕਾ ਹੋਇਆ, ਬੇਇਨਸਾਫੀ ਹੋਈ ਤੇ ਸਾਨੂੰ ਉਹਦੀ ਯਾਦਗਾਰ ਬਣਾਉਣ ਦੀ ਇਜਾਜ਼ਤ। ਤੇ ਕਿੰਨਾ ਮਤਲਬ ਉਹ ਆਰਗੂਮੈਂਟ ਦੇਖ ਲਓ, ਦਲੀਲਾਂ ਕਿੰਨੀਆਂ ਕੱਚੀਆਂ ਦਿੰਦੇ ਨੇ ਕਿ ਇਹ ਜ਼ਖਮ ਮੁੜ ਕੇ ਉਚੇੜੇ ਨਹੀਂ ਜਾਣੇ ਚਾਹੀਦੇ, ਇਹ ਗੱਲਾਂ ਨੂੰ ਭੁੱਲ ਜਾਓ। ਹੁਣ ਅਸੀਂ ਕਹਿੰਦੇ ਜਲਿਆਂਵਾਲੇ ਬਾਗ ਨੂੰ ਕਿਉਂ ਨਹੀਂ ਭੁੱਲਦੇ? ਫਿਰ ਕਿਉਂ ਹਰ ਸਾਲ ਉੱਥੇ ਜਾਂਦੇ ਹੋ ਸ਼ਰਧਾਂਜਲੀਆਂ ਭੇਟ ਕਰਨ? ਉਹ ਯਾਦਗਾਰਾਂ, ਉਹ ਯਾਦਾਂ ਕਿਉਂ ਰੱਖੀਆਂ? ਗੋਲੀਆਂ ਦੇ ਨਿਸ਼ਾਨ ਅਜੇ ਤੱਕ ਸਾਂਭ ਕੇ ਕਿਉਂ ਬਾਰ-ਬਾਰ ਉਹ ਨਫ਼ਰਤ ਭੜਕਾਈ ਜਾ ਰਹੀ ਹੈ? ਉਹ ਵੀ ਤਾਂ ਮਾਨਵਤਾ ਦੇ ਹਿੱਸੇ ਖਿਲਾਫ ਹੀ ਹੈ। ਸੋ ਜਿਹੜੀ ਇਹ ਹੈ ਨਾ ਪੋਲਿਟਿਕਸ, ਵੀ ਕੀ ਅਸੀਂ ਯਾਦ ਰੱਖਣਾ, ਕੀ ਭੁੱਲਣਾ, ਇਹ ਵੀ ਇੱਕ ਪੋਲਿਟਿਕਸ ਹੈ। ਸੋ ਇਹ ਸਿੱਖਾਂ ਦੀ ਲੜਾਈ ਹੈ ਇੱਥੇ। ਅਸੀਂ ਸਾਡੇ ਆਪਦੇ ਮਾਮਲੇ ਨੇ, ਸਾਡੇ ਮਾਮਲਿਆਂ 'ਚ ਦੂਜਾ ਆਪਦੇ, ਅਸੀਂ ਉਹਨਾਂ ਦੇ ਮਾਮਲਿਆਂ 'ਚ ਦਾਖਲ ਨਹੀਂ ਦਿੰਦੇ। ਜਦੋਂ
ਦੋ ਭਾਈਚਾਰਿਆਂ ਨੇ ਇਕੱਠੇ ਰਹਿਣਾ ਹੈ ਤਾਂ ਉਹਦੀ ਕੋਈ ਮਰਿਆਦਾ ਤੈਅ ਕਰਨੀ ਪਊ ਨਾ। ਆਪਾਂ ਘਰਾਂ 'ਚ ਵੀ ਦੇਖਦੇ ਹਾਂ, ਦੋ ਭਰਾ ਜਦੋਂ ਇਕੱਠੇ ਰਹਿੰਦੇ ਨੇ ਤਾਂ ਉੱਥੇ ਕੋਈ ਨਾ ਕੋਈ ਮਰਿਆਦਾ ਸੈੱਟ ਹੋਈ ਹੁੰਦੀ ਹੈ। ਲਿਖਤੀ ਨਹੀਂ ਕੁਛ ਹੁੰਦਾ, ਅਣਲਿਖਤੀ ਹੋਈ ਹੁੰਦੀ ਹੈ। ਤੇ ਜੇ ਚੌਥੇ ਦਿਨ ਮੈਂ ਕਹਾਂ ਕਿਸੇ ਦੇ ਜਾ ਕੇ ਆਪਦੇ ਭਰਾ ਦੇ ਵੀ ਤੂੰ ਤਾਂ ਆਹ ਖਾਈ ਜਾਂਦਾ, ਤੂੰ ਆਹ ਨਾ ਖਾਇਆ ਕਰ, ਤੂੰ ਇਸ ਤਰ੍ਹਾਂ ਨਾ ਕਰਿਆ ਕਰ, ਤੈਨੂੰ ਆਹ ਗੱਡੀ ਲੈਣ ਦੀ ਕੀ ਲੋੜ ਸੀ, ਜਿਹੜੀ ਇੰਨੀ ਦਖਲਅੰਦਾਜ਼ੀ ਹੈ ਉਹ ਫਿਰ ਨਹੀਂ ਚੱਲੂਗੀ ਉਹ ਸਾਂਝ। ਸੋ ਇਹ ਅੱਜ ਦੁਨੀਆ ਦੇ ਵਿੱਚ ਡਿਬੇਟ ਚੱਲ ਰਹੀ ਹੈ, ਦੁਨੀਆ ਭਰ ਦੇ ਵਿਦਵਾਨਾਂ 'ਚ, ਕਿ ਅੱਜ ਮਾਨਵਤਾ ਸਾਹਮਣੇ ਜਿੱਡੀਆਂ, ਕਿਉਂਕਿ ਇੱਕ ਵਾਰ ਤਾਂ ਦੁਨੀਆ ਦੇ ਜਿਹੜੇ ਹੈਗੇ ਵਿਦਵਾਨ ਕਹਿ ਲਓ ਜਾਂ ਜਿਹੜੇ ਪੱਛਮੀ ਸੱਭਿਅਤਾ ਹੈ, ਉਹਨੂੰ ਇਹ ਭੁਲੇਖਾ ਹੋ ਗਿਆ ਸੀ ਕਿ ਪਿਛਲੀਆਂ ਜੋ ਜੰਗਾਂ ਹੋਈਆਂ, ਖੂਨ ਖਰਾਬੇ ਹੋਏ, ਉਹ ਧਰਮ ਦੇ ਕਰਕੇ ਹੋਏ, ਕਿ ਧਰਮਾਂ ਕਰਕੇ ਜੰਗਾਂ ਹੋਈਆਂ, ਧਰਮਾਂ ਕਰਕੇ ਇੱਥੇ ਖੂਨ ਖਰਾਬੇ ਹੋਏ। ਤੇ ਜਦੋਂ ਦੁਨੀਆ ਧਰਮ ਤੋਂ ਮੁਕਤ ਹੋ ਜੂ, ਇੰਨੀ ਅਨਲਾਈਟਨਡ ਹੋ ਜੂਗੀ, ਤੇ ਉਦੋਂ ਇਹ ਗੱਲਾਂ ਖਤਮ ਹੋ ਜਾਣਗੀਆਂ। ਉਹ ਤੁਸੀਂ ਦੇਖ ਲਓ, ਧਰਮਾਂ ਨੇ ਤਾਂ ਕੁਛ ਵੀ ਨਹੀਂ ਸੀ ਕੀਤਾ ਪਿਛਲੇ 50-100 ਸਾਲਾਂ ਦੇ ਵਿੱਚ। ਅੱਜ ਵੀ ਕੀ ਹੋ ਰਿਹਾ? ਦੁਨੀਆ ਦਾ ਕਿਹੜਾ ਕੋਨਾ ਹੈ ਜਿੱਥੇ ਹਿੰਸਾ ਨਹੀਂ ਹੋ ਰਹੀ? ਰੋਜ਼ ਖਬਰਾਂ। ਕਿਹੜਾ ਕੋਨਾ ਜਿੱਥੇ ਜੁਰਮ ਪਹਿਲਾਂ ਨਾਲੋਂ ਕਿਤੇ ਭੈੜੇ ਹੋ ਰਹੇ? ਸੋ ਜਿਹੜਾ ਇਹ ਸੀ ਨਾ ਵੀ ਧਰਮ ਤੋਂ ਮੁਕਤ ਹੋ ਕੇ, ਤੇ ਜਦੋਂ ਅਸੀਂ ਮਤਲਬ ਸਾਡੇ ਗਿਆਨ ਹੋ ਜੂ, ਸਾਨੂੰ ਵਿਦਿਆ ਦਾ ਤੇ ਮੋਰੈਲਿਟੀ ਦਾ ਜਾਂ ਕਿਰਦਾਰ ਦਾ ਕੋਈ ਸੰਬੰਧ ਨਹੀਂ। ਬੰਦਾ PhD ਕਰਕੇ ਬਹੁਤ ਕਮੀਨਾ, ਜ਼ਾਲਮ ਹੋ ਸਕਦਾ ਹੈ, ਲਾਲਚੀ ਹੋ ਸਕਦਾ ਹੈ, ਹਥਿਆਰਾ ਹੋ ਸਕਦਾ ਹੈ, ਬਹੁਤ ਵਹਿਸ਼ੀ ਹੋ ਸਕਦਾ ਹੈ PhD ਕਰਕੇ ਵੀ। ਇੱਕ ਡੰਗਰ ਚਾਰ ਦਾ ਬਿਲਕੁਲ ਸਧਾਰਨ ਆਦਮੀ ਉਹ ਪੁੱਜ ਕੇ ਦਿਆਲੂ ਹੋ ਸਕਦਾ। ਸੋ ਬੰਦੇ ਨੇ ਜੁਰਮ ਦੇ ਰਾਹ ਪੈਣਾ ਹੈ, ਹਿੰਸਾ ਕਰਨੀ ਹੈ, ਚੰਗੇ ਕੰਮ ਕਰਨੇ ਹੈ, ਮਾੜੇ ਕੰਮ ਕਰਨੇ ਆ, ਇਹਦਾ ਵਿਦਿਆ ਨਾਲ ਕੋਈ 1-to-1 ਰਿਲੇਸ਼ਨਸ਼ਿਪ ਨਹੀਂ ਬਣਦਾ। ਅੱਜ ਜਿੰਨੇ ਕੋ ਕਰਮ ਹੋ ਰਹੇ ਨੇ ਪੜ੍ਹੇ ਲਿਖਿਆਂ ਵੱਲੋਂ ਹੋ ਰਹੇ ਦੁਨੀਆ ਪੱਧਰ ਦੇ ਉੱਤੇ। ਸੋ ਜਿਹੜਾ ਇਹ ਕਰਤਾ ਸੀ ਨਾ ਵੀ ਧਰਮ ਨੂੰ ਰੱਖ ਦਿਓ ਪਾਸੇ, ਤੇ ਬਸ ਹੁਣ ਤਾਂ ਗਿਆਨ ਹੈ ਦੁਨੀਆ ਦੇ ਸਾਰੇ ਮਸਲਿਆਂ ਦਾ ਹੱਲ, ਉਹਦਾ ਸੰਕਟ ਸਾਹਮਣੇ ਆ ਗਿਆ। ਅੱਜ ਦੁਨੀਆ ਦੇ ਵਿੱਚ ਪੱਛਮ ਦੇ ਵਿੱਚੋਂ ਹੀ ਵਿਦਵਾਨਾਂ ਦੀ ਬਹੁਤ ਵੱਡੀ ਗਿਣਤੀ ਨੇ ਇਸ ਗੱਲ ਦੇ ਖਿਲਾਫ ਝੰਡਾ ਚੁੱਕ ਲਿਆ ਕਿ ਜਿਹੜਾ ਸਾਨੂੰ ਇਹ ਭੁਲੇਖਾ ਪਿਆ ਸੀ ਪੱਛਮ ਦੇ ਲੋਕਾਂ ਨੂੰ ਕਿ ਅਸੀਂ ਮਨੁੱਖਤਾ ਦੀ ਖੁਸ਼ਹਾਲੀ ਦਾ ਰਾਹ ਲੱਭ ਲਿਆ, ਉਹ ਰਾਹ ਝੂਠਾ ਨਿਕਲਿਆ। ਚੱਲੋ ਫਿਰ ਮੁੜ ਕੇ ਧਰਮ ਦਾ ਆਸਰਾ ਫਿਰ। ਸੋ ਜੇ ਧਰਮ ਦਾ ਆਸਰਾ ਲੈਣਾ ਹੈ ਤਾਂ ਸਾਨੂੰ ਇੱਕ ਸਲੀਕਾ ਵੀ ਸਿੱਖਣਾ ਪੈਣਾ, ਇਕੱਠੇ ਰਹਿਣਾ ਸਾਰੇ ਧਰਮਾਂ ਨੇ। ਇਹ ਨਹੀਂ ਵੀ ਇੱਕੋ ਹੀ ਧਰਮ ਦੁਨੀਆ ਤੇ ਚੱਲੂਗਾ, ਨਾ ਇੱਕ ਵਿਚਾਰਧਾਰਾ ਚੱਲ ਸਕਦੇ। ਪੱਛਮ ਨੇ ਜ਼ੋਰ ਲਾ ਲਿਆ ਕਿ ਪੱਛਮੀ ਵਿਚਾਰ ਹੀ ਅੱਜ ਫੈਲ ਜਾਣ ਬਸ। ਸੋ ਇਹ ਇੱਕ ਸਾਰਤਾ ਜਿਹੜੀ ਲਿਆਉਣੀ ਨਾ, ਇਹ ਸ੍ਰਿਸ਼ਟੀ ਦੇ ਨਿਯਮ ਦੀ ਉਲੰਘਣਾ ਹੈ, ਇਹ ਕੁਦਰਤ ਦੇ ਖਿਲਾਫ ਹੈ, ਕੁਦਰਤ ਦੇ ਨਿਯਮਾਂ ਦੀ ਉਲੰਘਣਾ ਹੈ। ਤੇ ਸਿੱਖ ਧਰਮ ਜਿਹੜਾ, ਕਿਉਂਕਿ ਅਕਾਲ ਪੁਰਖ ਦੇ ਹੁਕਮ ਨਾਲ ਸਾਜਿਆ ਗਿਆ ਧਰਮ ਹੈ, ਤੇ ਇਹਦੇ 'ਚ ਹੈ ਹੀ ਇਹ ਕਿ ਜੋ ਰੱਬੀ ਹੁਕਮ ਹੈ, ਜੋ ਰੱਬੀ ਨਿਜ਼ਾਮ ਹੈ, ਉਹਨੂੰ ਧਰਤੀ ਤੇ ਅਸੀਂ ਉਸ ਰੂਪ ਦੇਣਾ। ਤੇ ਉਹਦਾ ਵੱਡਾ ਅੰਗ ਇਹ ਹੈ ਕਿ ਬਨਸਵੰਤਾ ਦੀ ਕਦਰ ਕਰੋ, ਨੇਚਰ ਦੇ ਵਿੱਚ ਵੀ ਤੇ ਸੁਸਾਇਟੀ ਵਿੱਚ ਵੀ। ਵਿਚਾਰਾਂ ਦੇ ਵਖਰੇਵਿਆਂ ਤੋਂ ਘਬਰਾਓ ਨਾ, ਨਸਲਾਂ ਦੇ ਵਖਰੇਵੇਂ, ਸੱਭਿਆਚਾਰਾਂ ਦੇ, ਧਰਮਾਂ ਦੇ, ਤੇ ਸਿੱਖੋ ਤੁਸੀਂ ਇੱਕ ਦੂਜੇ ਦੀ ਕਦਰ ਕਰਨਾ, ਰਿਸਪੈਕਟ ਕਰਨਾ। ਟੋਲਰੇਟ ਕਰਨਾ ਤਾਂ ਬੜੀ ਨੈਗੇਟਿਵ ਟਰਮ ਹੈ। ਟੋਲਰੇਟ ਕਰਨ ਚੋਂ ਤਾਂ ਇੱਕ ਹੰਕਾਰ ਆਉਂਦਾ, ਮੈਂ ਤੈਨੂੰ ਸਹਿਣ ਕਰ ਰਿਹਾ, ਸਹਿਣ ਨਹੀਂ, ਬਰਾਬਰ ਸਮਝੋ। ਤੇ ਗੁਰੂ ਸਾਹਿਬ ਨੇ ਇਹ ਅਮਲੀ ਤੌਰ ਤੇ ਸਥਾਪਿਤ ਕਰਤਾ। ਦੁਨੀਆ ਦੇ ਕਿਸੇ ਹੋਰ ਧਰਮ 'ਚ ਇਸ ਤਰ੍ਹਾਂ ਨਹੀਂ ਹੋਇਆ ਕਿ ਮਰਦਾਨਾ ਜ਼ਿੰਦਗੀ ਭਰ ਦਾ ਸਾਥੀ ਰਿਹਾ ਪਰ ਉਹਨਾਂ ਨੇ ਉਹਦੀ ਨਮਾਜ਼ ਨਹੀਂ ਛਡਾਈ। ਗੁਰੂ ਨਾਨਕ ਦੇਵ ਆਖਰੀ ਦਮ ਤੱਕ ਮੁਸਲਮਾਨ ਦੇ ਤੌਰ ਤੇ ਸਾਰੀਆਂ ਉਹਦੀਆਂ ਰਸਮਾਂ ਹੋਈਆਂ। ਇਹ ਸੀਗਾ ਕਿ ਕੀ ਹੋ ਗਿਆ ਜੇ ਮੁਸਲਮਾਨ ਹੈ, ਬਟ ਮੈਟਰਸ ਇਜ਼ ਐਥੀਕਲ ਕੰਡਕਟ। ਹਿੰਦੂ ਹੈ, ਮੁਸਲਮਾਨ ਹੈ, ਈਸਾਈ ਹੈ, ਕੀ ਹੈ ਭੁੱਲ ਜਾਓ। ਕੰਸਰਨ ਤੁਹਾਡਾ ਕੀ ਹੋਣਾ, ਉਹਦਾ ਐਥੀਕਲ ਕੰਡਕਟ ਕੀ ਹੈ। 6ਵੇਂ ਆਪਣਾ 10ਵੇਂ ਪਾਤਸ਼ਾਹ ਨੇ ਪੀਰ ਬੁੱਧੂ ਸ਼ਾਹ ਨੂੰ ਇਹ ਨਹੀਂ ਕਿਹਾ ਵੀ ਜੇ ਮੇਰਾ ਮਰੀਦ ਬਣਨਾ ਤਾਂ ਪਹਿਲਾਂ ਖਾਲਸਾ ਬਣ ਕੇ ਆ ਜਾਂ ਸਿੰਘ ਸਾਜ, ਉਹਨੂੰ ਉਸ ਤਰ੍ਹਾਂ ਹੀ ਛਾਤੀ ਨਾਲ ਲਾਇਆ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਮਤਲਬ ਭਗਤਾਂ ਨੂੰ ਜਾਂ ਦੂਜੇ ਸਾਰੇ ਧਰਮਾਂ ਨੂੰ ਜਗ੍ਹਾ ਦਿੱਤੀ, ਇਹ ਇੱਕ ਮਾਡਲ ਹੈ ਨਾ, ਇੱਕ ਇਹਨੂੰ ਐਵੇਂ ਨਹੀਂ ਕੋਈ ਅਚਨਚੇਤ ਹੋ ਗਈ ਗੱਲ। ਇਹ ਇੱਕ ਦੁਨੀਆ ਨੂੰ ਰਾਹ ਦਿਖਾਉਣਾ ਕਿ ਜੇ ਜਿਉਣਾ ਹੈ ਅਸੀਂ ਧਰਤੀ ਦੇ ਉੱਤੇ ਬੰਦਿਆਂ ਵਾਂਗੂ ਤਾਂ ਆ ਹੈ। ਇੱਕ ਦੂਜੇ ਨੂੰ ਖਤਮ ਕਰਨ ਵੱਲ ਨੂੰ ਨਾ ਤੁਰੋ, ਇੱਕ ਦੂਜੇ ਨੂੰ ਦਬਾਉਣ ਵੱਲ ਨੂੰ ਨਾ ਤੁਰੋ। ਡਿਫਰੈਂਸਿਸ ਖਤਮ ਨਾ ਹੋਣ, ਡਿਫਰੈਂਸਿਸ ਦੇ ਆਧਾਰ ਤੇ ਜਿਹੜੀ ਨਫ਼ਰਤ ਹੈ ਉਹ ਖਤਮ ਹੋ। ਡਿਫਰੈਂਸਿਸ ਜੇ ਖਤਮ ਹੋ ਗਏ ਫਿਰ ਤਾਂ ਬਨਸਵੰਤਾ, ਬਿਊਟੀ ਖਤਮ ਹੋ ਜੂਗੀ ਸੰਸਾਰ ਦੀ। ਜੋ ਸੌਂਦਰਯ ਹੈ ਸਾਰੀ ਸ੍ਰਿਸ਼ਟੀ ਦਾ ਉਹ ਖਤਮ ਹੋ ਜੂਗਾ। ਤੇ ਰੱਬ ਤਾਂ ਹੈ ਹੀ ਬਿਊਟੀ ਦੇ ਵਿੱਚ, ਹੁਣ ਤਾਂ ਡਿਫਾਈਨ ਹੀ ਇਸ ਤਰ੍ਹਾਂ ਕੀਤਾ ਜਾਂਦਾ।
ਸੋ ਇਹ ਜਿਹੜੀ ਬਿਊਟੀ ਹੈ ਕੁਦਰਤ ਨੇ ਸਿਰਜੀ ਹੈ, ਅੱਜ ਜਿਹੜੀ এনवायरमेंट ਦੀ ਸਮੱਸਿਆ ਹੈ ਉਹ ਵੀ ਇੱਥੋਂ ਆ ਰਹੀ ਹੈ। ਬੰਦਾ ਇੰਨਾ ਹਿਰਸੀ ਹੋ ਗਿਆ, ਉਹਨੂੰ ਇਹ ਵੀ ਧਰਤੀ ਬਸ ਮੇਰੇ ਵਾਸਤੇ ਹੀ ਹੈ। ਜਿਵੇਂ ਜ਼ਮੀਨ ਅੱਜ ਤੁਸੀਂ ਆਪਾਂ ਬੜੇ ਖੁਸ਼ ਹੋ ਰਹੇ ਹਾਂ, ਆ 4 ਲੇਨ ਬਣ ਰਹੀ ਹੈ, ਆ 6 ਲੇਨ ਬਣ ਰਹੀ ਹੈ, ਆ ਡਿਵੈਲਪਮੈਂਟ ਹੋ ਗਈ ਵੱਡੀਆਂ ਵੱਡੀਆਂ। ਇਹਨਾਂ ਗੱਲਾਂ ਬਾਰੇ ਬਹੁਤ ਹੁਣ ਸੰਸਾਰ ਦੇ ਵਿੱਚ ਡਿਬੇਟ ਚੱਲ ਪਈ ਹੈ ਵੀ ਕੀ ਧਰਤੀ ਸਿਰਫ ਹਾਈਵੇਜ਼ ਲਈ ਹੈ ਤੇ ਕੀ ਹਾਈਵੇਜ਼ ਸਿਰਫ ਕਾਰਾਂ ਲਈ ਹੈ, ਤੇ ਫਿਰ ਕਿੱਥੇ ਜਾਊ ਦੂਜਾ ਮਨੁੱਖਤਾ ਦਾ ਹਿੱਸਾ ਜਿਹੜੇ ਲਾਈਫ ਸਪੋਰਟਿੰਗ ਸਿਸਟਮ ਹੈ, ਜਿਹਦੇ ਉੱਤੇ ਕੱਲਾ ਬੰਦਾ ਨਹੀਂ, ਦੁਨੀਆ ਦੇ ਕਿੰਨੇ ਜੀਵ ਜੰਤੂ ਮਾਡਲ ਹੈ ਸਾਡੇ ਸਾਹਮਣੇ। ਅਸੀਂ ਇਹ ਨਹੀਂ ਕਹਿੰਦੇ ਦੁਨੀਆ ਨੂੰ ਵੀ ਸਿੱਖ ਬਣ ਜਾਓ, ਅਸੀਂ ਕਹਿੰਦੇ ਵੀ ਹੈਵ ਏ ਮਾਡਲ, ਲਿਵ ਐਂਡ ਲੈਟ ਲਿਵ। ਕੋਈ ਇੱਕ ਦੂਜੇ ਦੀ ਕਦਰ ਕਰੋ, ਤੇ ਜਿਹੜੇ ਧਰਮ, ਜਿਹੜੇ ਫਲਸਫੇ, ਜਿਹੜੀ ਵਿਚਾਰਧਾਰਾ, ਜਿਹੜਾ ਵਰਗ ਇਹ ਗੱਲ ਨਹੀਂ, ਉਹਨੂੰ ਇਹ ਵੀ ਮੇਰੀ ਮੰਨ ਕੇ ਚੱਲੋ, ਮੇਰੀ ਸੁਪਰੀਮੇਸੀ ਚੱਲੇ, ਉਹ ਸ੍ਰਿਸ਼ਟੀ ਦੇ ਨਿਯਮਾਂ ਦੀ ਤੇ ਉਹ ਰੱਬੀ ਨਿਜ਼ਾਮ ਦੇ ਉਲਟ ਜਾਂਦੀ ਹੈ। ਇਹ ਸਾਨੂੰ ਗੁਰੂ ਸਾਹਿਬ ਦਾ ਹੁਕਮ ਹੈ। ਆਪਾਂ ਤੋਂ ਲੜੇ ਬਗੈਰ ਹਟਿਆ ਨਹੀਂ ਜਾਣਾ ਇਸ ਗੱਲ ਦੇ, ਕਿਉਂਕਿ ਇਸ ਹੱਦ ਤੱਕ ਤਾਂ ਅਸੀਂ ਕੰਪਰੋਮਾਈਜ਼ ਨਹੀਂ ਨਾ ਕਰ ਸਕਦੇ। ਬਸ ਇਹ ਗੱਲ ਹੈ ਜਿਹੜੀ ਬਾਰ-ਬਾਰ ਉਹਨਾਂ ਨੂੰ ਕਿ ਅਸੀਂ ਇਹ ਮਨਵਾਉਣੀ ਹੈ ਹੀ, ਕਿਤੋਂ ਨਾ ਕਿਤੋਂ ਅਣਜਾਣਿਆ ਭੈ ਲੱਗ ਰਿਹਾ ਹੈ ਕਿ ਇਹ ਗੱਲ ਜਿਹੜੀ, ਕਿਉਂਕਿ ਉਹਨਾਂ ਦੀ ਇੱਕ ਮਨ ਦੀ ਲਾਲਸਾ ਹੈ ਕਿ ਸਾਡੀ ਟੋਟਲ ਜਿਹੜੀ ਹੈ ਸਰਦਾਰੀ ਹੋਵੇ, ਇੱਥੇ ਕੋਈ ਚੂੰ ਨਾ ਕਰੇ। ਤੇ ਜੇ ਸਿੱਖ ਕਰਦੇ ਨੇ, ਐਮਰਜੈਂਸੀ ਵੇਲੇ ਵੀ ਕੀਤਾ, ਪੈਰ ਪੈਰ ਤੇ ਸਿੱਖ ਚੈਲੰਜ ਕਰਦੇ ਤੇ ਉਦੋਂ ਆ ਕੇ ਫਿਰ ਉਹਨਾਂ ਨੂੰ ਇਸ ਗੱਲ ਦਾ ਗੁੱਸਾ ਚੜ੍ਹਦਾ ਹੈ। ਇਹੀ ਗੁੱਸਾ ਕਦੇ ਉੱਠਦਾ ਉੱਠਦਾ ਵੱਡੇ ਭਾਂਬੜ ਬਣ ਜਾਂਦਾ ਹੈ, ਤੇ ਜਦੋਂ ਭਾਂਬੜ ਬਣ ਜਾਂਦਾ ਹੈ ਉਦੋਂ ਭਸਮ ਕਰਦਾ ਹੈ। ਤੇ ਅਸੀਂ ਇਹ ਸਾਰੇ ਕੁਝ ਜਿਹੜਾ ਸਾਡਾ ਏਜੰਡਾ ਹੈ ਉਹਦਾ ਕੰਟੈਕਸਟ ਦੇਖ ਲਓ, ਕੱਲਾ ਸਾਡਾ ਨਹੀਂ, ਸਾਡੇ ਆਪਦੇ ਇਤਿਹਾਸ 'ਚੋਂ ਅਸੀਂ ਦੇਖਣਾ ਹੈ, ਤੇ ਅੱਜ ਬਾਕੀ ਦੁਨੀਆ ਦੇ ਇਤਿਹਾਸ 'ਚੋਂ ਦੇਖ ਲਓ। ਅੱਜ ਦਾ ਸੰਸਾਰ ਕੀ ਹੈ ਉਹਦੇ ਵਿੱਚ ਹੀ ਅਸੀਂ ਵਿਚਰਨਾ ਹੈ, ਕੱਲਾ ਭਾਰਤ ਦੀ ਗੱਲ ਨਹੀਂ, ਟੋਟਲ ਸੰਸਾਰ ਦੇ ਵਿੱਚ ਅੱਜ ਮਸਲਾ ਕੀ ਹੈ ਉਹਦੇ ਵਿੱਚ ਅਸੀਂ ਆਪਣੀ ਗੱਲ ਲੈ ਕੇ ਜਾਣੀ ਹੈ। ਅਸੀਂ ਆਪਣਾ ਨਿਆਰਾਪਣ, ਜਿੱਥੇ ਅਸੀਂ ਆਪਣਾ ਨਿਆਰਾਪਣ ਛੱਡਤਾ ਅਸੀਂ ਗੁਰੂ ਤੋਂ ਬੇਮੁਖ ਹੋ ਜਾਣਾ। ਤੇ ਨਿਆਰਾਪਣ ਸਿਰਫ ਸਰੂਪ 'ਚ ਨਹੀਂ, ਸਰੂਪ ਨੂੰ ਸਹਿਣ ਕਰ ਲੈਣਗੇ, ਤੁਸੀਂ ਉਹ ਫਲਸਫੇ ਦਾ ਨਿਆਰਾਪਣ ਛੱਡ। ਦੋਵੇਂ ਸਿੱਖੀ ਅੰਦਰ ਦੀ ਤੇ ਬਾਹਰ ਦੀ, ਜੋ ਦੋਹਾਂ ਦਾ ਸੁਮੇਲ ਹੋਊਗਾ। ਹੁਣ ਮੈਨੂੰ ਪਤਾ ਹੈ ਕਿ ਮੈਂ ਅੰਮ੍ਰਿਤਪਾਨ ਨਹੀਂ ਕੀਤਾ ਹੋਇਆ, ਮੈਨੂੰ ਪਤਾ ਹੈ ਮੇਰੇ 'ਚ ਕਿਤੇ ਮੈਂ ਅਪੂਰਨ ਹਾਂ, ਮੈਨੂੰ ਅਹਿਸਾਸ ਹੈ ਇਸ ਗੱਲ ਦਾ ਕਿ ਸਿੱਖ ਪੂਰਨ ਉਦੋਂ ਹੀ ਹੋਊਗਾ ਜਦੋਂ ਉਹ ਪੂਰਾ ਜਿਸ ਤਰ੍ਹਾਂ ਸਾਜਿਆ ਗਿਆ ਸੀ, ਜਾਂ ਜਦੋਂ ਉਹ ਪੂਰਾ ਗੁਰੂ ਦਾ ਰੂਪ ਹੋਊਗਾ। ਚਲੋ ਮੇਰੀ ਆਪਦੀ ਕੋਈ ਕਮਜ਼ੋਰੀ ਹੈ, ਮੈਂ ਮੰਨਦਾ ਇਸ ਗੱਲ ਦੇ ਵਿੱਚ, ਪਰ ਇਹ ਹੈ ਕਿ ਗੱਲ ਕਿਰਦਾਰ ਦੀ ਨਾਲ ਸਾਰੇ ਤੁਹਾਡਾ ਆਪਦਾ ਆਚਾਰ ਵਿਹਾਰ ਉਹ ਕੀ ਹੈ। ਸੋ ਉਹ ਸਟੇਜ ਵੀ ਆਊ ਮੇਰੇ ਤੇ ਕਿਤੇ ਕਿਰਪਾ ਹੋ, ਮੈਂ ਜੋ ਮੇਰੇ ਦੇ ਵਿੱਚ ਅੱਜ ਕੋਈ ਡਰਾਵ ਹੈ, ਕਿ ਕਮਜ਼ੋਰੀ ਹੈ, ਉਹ ਵੀ ਦੂਰ ਹੋ ਜੂ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਨਿਆਰਾਪਣ ਜਿਹੜਾ ਸਾਡੇ ਧਰਮ ਦਾ ਵਾਟ ਇਜ਼ ਯੂਨੀਕ, ਉਹ ਆਹੀ ਹੈ ਕਿ ਅਸੀਂ ਦੂਜੇ ਨੂੰ ਆਪਦੇ ਵਰਗਾ ਨਹੀਂ ਬਣਾਉਂਦੇ ਵੀ ਪਹਿਲਾਂ ਸਾਡੇ ਵਰਗਾ ਬਣ ਫਿਰ ਤੇਰੇ ਨਾਲ ਠੀਕ ਚੱਲ ਸਕਦੇ, ਵੀ ਤੂੰ ਜੋ ਹੈ ਰਹਿ, ਪਰ ਆਪਦਾ ਜਿਹੜਾ ਕੰਡਕਟ ਹੈ ਉਹ ਠੀਕ ਚੱਲੇ। ਸੋ ਇਹ ਮਸਲੇ ਮੇਰਾ ਖਿਆਲ ਹੈ ਕਾਫੀ ਗੱਲਬਾਤ ਹੋ ਗਿਆ। ਬਾਕੀ ਜੇ ਹੁਣ ਸਮਾਂ ਹੀ ਬਹੁਤ ਹੋ ਗਿਆ, ਥੱਕ ਵੀ ਗਏ ਨੈਚੁਰਲੀ, ਮੇਰਾ ਖਿਆਲ ਕਾਫੀ ਘੰਟੇ ਹੋ ਗਏ ਬੈਠਿਆਂ ਨੂੰ, ਤੇ ਅਜੇ ਆਪਾਂ ਜੇ ਬ੍ਰੇਕ ਕਰ ਲਈਏ, ਜੇ ਤੁਹਾਨੂੰ ਫੇਰ ਲੱਗਦਾ ਹੈ ਮਸਲੇ ਇਹ ਆਪਾਂ ਇਹ ਕਹੀਏ ਨਾ ਆਪਾਂ ਇੱਕ ਸਿਟਿੰਗ ਦੇ ਵਿੱਚ ਇਹ ਗੱਲਾਂ ਸਾਫ਼ ਹੋ ਜਾਣਗੀਆਂ, ਇਟਸ ਨਾਟ ਪੋਸੀਬਲ। ਇਹ ਤਾਂ ਗੱਲਾਂ ਬਾਰ-ਬਾਰ ਵਿਚਾਰਨੀਆਂ ਪੈਣਗੀਆਂ, ਚਰਨਿੰਗ ਹੋ, ਬਹਿਸਾਂ ਹੋਣਗੀਆਂ, ਤੇ ਇਹ ਇੱਕ ਸਿਲਸਿਲਾ ਕੌਮ ਦੇ ਵਿੱਚ ਚੱਲੇ, ਇੱਕ ਦੂਜੇ ਦੇ ਵਿਚਾਰ ਸੁਣੀਏ, ਇੱਕ ਦੂਜੇ ਆਪਦੀਆਂ ਦਲੀਲਾਂ ਦਈਏ, ਗੱਲ ਲੌਜਿਕ ਨਾਲ ਹੋਵੇ, ਪਿਆਰ ਨਾਲ ਹੋਵੇ, ਤਲਖੀ ਨਾ ਆਵੇ, ਤੇ ਇਸ ਤਰ੍ਹਾਂ ਦਾ ਇੱਕ ਸਿਲਸਿਲਾ ਚੱਲੂ ਕੌਮ ਦੇ ਵਿੱਚੋਂ। ਤਾਂ ਸਾਨੂੰ ਆਪਦਾ ਕੋਈ ਰਾਹ ਬਣਾਉਣਾ ਪਊ, ਤੇ ਨਹੀਂ ਫਿਰ ਇੱਕ ਖਤਰਾ ਜਿਹੜਾ ਕਿਉਂਕਿ ਮੈਂ ਪੰਜਾਬ 'ਚ ਵਿਚਰਦਾ, ਜਿਹੜਾ ਸਾਡਾ ਟੈਂਪਰਾਮੈਂਟ ਹੈ, ਜਿਹੜੀ ਸਾਡੀ ਸਟਰੈਂਥ ਵੀ ਹੈ, ਤੇ ਇੱਕ ਕੰਟੈਕਸਟ ਸਾਡੀ ਉਹ ਕਮਜ਼ੋਰੀ ਬਣ ਜਾਂਦੀ ਹੈ ਕਿ ਅਸੀਂ ਬਹੁਤ ਛੇਤੀ ਰੋਹ ਚਾਹੁੰਦੇ ਹਾਂ। ਅੱਜ ਦੇ ਯੁੱਗ 'ਚ ਸਾਨੂੰ ਇਹ ਵੀ ਸਿੱਖਣਾ ਪਊ ਕਿ ਹਾਊ ਟੂ ਕੰਟਰੋਲ ਯੂਅਰ ਪੈਸ਼ਨਸ ਐਂਡ ਇਮੋਸ਼ਨਸ, ਹਾਊ ਟੂ ਕੰਟਰੋਲ। ਹਰ ਵੇਲੇ ਤੁਸੀਂ ਆਪਦੇ ਪੈਸ਼ਨਸ ਨਾਲ ਨਹੀਂ ਜਿਉ ਸਕਦੇ ਵੀ ਮੈਥੋਂ ਤਾਂ ਝੱਲਿਆ ਨਹੀਂ ਗਿਆ ਜੀ, ਮੈਂ ਤਾਂ ਗੁੱਸਾ ਆ ਗਿਆ ਤੇ ਮੈਂ ਤਾਂ ਵਸਾ ਕਰ, ਇਹ ਨਹੀਂ। ਅੱਜ ਸਾਨੂੰ ਬਹੁਤ ਸੋਚ ਸਮਝ ਕੇ ਜੋ ਕੁਝ ਪਿਛਲਾ ਵਾਪਰ ਗਿਆ
मैं तां ही कहना जिहड़ा मेरा सारा प्रोजैक्ट है लिखण दा वो यही है। अजे मैं 3 किताबां लिखियां 84 तक, अजे जिहड़ा असली पीरियड है पोस्ट 84 वो, क्योंकि मैं विच रहा सारे कुछ दे ते मैनू पता उत्थे की कुछ गलत होया की ठीक होया, ਉਹਦਾ एक बैलेंस्ड व्यू लैके जाना लोकां सामने ते तां कि असीं आपणीआं गलतियां तो सीखीए ते ਜਿਹੜੀਆਂ ਸਾਡੇ स्ट्रोंग पॉइंट है वो सानू होर प्रेरणा ते शक्ति देण। ते खास करके गलतियां तो सीखना बहुत जरूरी है ते ये प्रोसैस चल रहा है। ते मैं इन्नी कुछ गल तुहाडे नाल बस शेयर कर लैना कि मैं जिथे भी गया ये बड़ी पॉजिटिव टर्न देखी है। ईवन वो बंदे भी ਜਿਹੜੇ ਆਪਦਾ कदे क्रिटिसिजम सुनने ਨੂੰ ਤਿਆਰ नहीं सी, मैं अमरीका च भी गया, कनेडा च भी गया, आस्ट्रेलिया च भी, इंग्लैंड च भी, ਤੇ ਜਿਹੜੇ ਬੰਦੇ ਲਹਿਰ ਵੇਲੇ ਇੱਥੇ ਰਹੇ ਤੇ ਹੁਣ ਉੱਥੇ ਚਲੇ ਗਏ, ਉੱਥੇ ਨਾਰੇ ਮਾਰ ਰਹੇ ਆ ਖਾਲਿਸਤਾਨ ਦੇ ਜਾਂ ਹੋਰ, ਉਹਨਾਂ ਨਾਲ ਵੀ ਬੜੇ ਪਿਆਰ ਨਾਲ ਇਸ ਤਰ੍ਹਾਂ ਹੀ ਸਭਾਵਾਂ ਦੇ ਵਿੱਚ ਗੱਲਾਂ ਹੋਈਆਂ ਨੇ ਤੇ ਇਸ ਤਰ੍ਹਾਂ ਮੇਰਾ ਹੌਸਲਾ ਬੜਾ ਵਧਿਆ ਤੇ ਬੰਦੇ ਅੱਜ ਕਾਫੀ ਹੱਦ ਤੱਕ ਰਿਸੈਪਟੇਬਲ ਸੋਚਣਾ ਚਾਹੁੰਦੇ ਨੇ, ਪਰ ਉਹਦੇ 'ਚ ਸਾਨੂੰ ਯਤਨ ਕਰਨੇ ਪੈਣਗੇ। ਇਹ ਡਿਪੈਂਡ ਕਰਦਾ ਕਿ ਤੁਸੀਂ ਮਸਲੇ ਨੂੰ ਲੈ ਕੇ ਕਿਵੇਂ ਜਾਂਦੇ ਹੋ, ਹਾਊ ਟੂ ਹੈਂਡਲ। ਸਾਡੇ ਅੰਦਰ ਬੜੇ ਬਖੇੜੇ ਨੇ ਤੇ ਇਹ ਇੱਕ ਤਹਿਜੀਬ ਸਾਨੂੰ ਸਲੀਕਾ ਸਿੱਖਣਾ ਪਊ ਕਿ ਅਸੀਂ ਇਹਨਾਂ ਨੂੰ ਹੱਲ ਕਿਵੇਂ ਕਰਨਾ। ਇਹ ਡਾਂਗ ਨਾਲ ਜਾਂ ਧੌਂਸ ਨਾਲ ਇਹ ਹੱਲ ਨਹੀਂ ਹੋਣੇ, ਨਾ ਇਹ ਰਾਹ, ਨਾ ਸਾਡੇ ਗੁਰੂਆਂ ਨੇ ਦੱਸਿਆ ਕਿਤੇ। ਗੁਰੂਆਂ ਵੇਲੇ ਅੰਦਰ ਕਿੰਨੇ ਬਖੇੜੇ ਸਭ ਨੂੰ ਪਤਾ ਹੈ। ਹਰ ਗੱਦੀ ਵੇਲੇ ਘਰਾਂ ਦੇ ਮਤਲਬ ਗੁਰੂ ਘਰ ਦੇ ਵਿੱਚੋਂ ਹੀ ਵਿਰੋਧ ਹੋਏ, ਉਹਨਾਂ ਨੇ ਕਿਸ ਤਰ੍ਹਾਂ ਜਿੱਠੇ। ਈਵਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਤੁਸੀਂ ਹੈਰਾਨ ਹੋਵੋਗੇ, ਸਾਡੇ ਮਨਾਂ 'ਚ ਮੀਡੀਏ ਨੇ ਜਾਂ ਸਾਰੇ ਪ੍ਰਾਪੇ ਗੰਡੇ ਨੇ ਬਣਾ ਹੀ ਦਿੱਤਾ ਕਿ ਬਸ ਹੁਣ ਤਾਂ ਇੱਕੋ ਹੀ ਕੰਮ ਆਉਂਦਾ ਸੀ, ਮਾਰਨਾ ਮਰਾਉਣਾ। ਇਹ ਗੱਲ ਨਹੀਂ ਸੀ। ਜਿੱਦੇ ਉਹਨੇ ਮੋਰਚਾ ਸ਼ੁਰੂ ਕੀਤਾ ਧਰਮ ਯੁੱਧ ਮੋਰਚਾ, ਉਹਨੇ 2 ਗੱਲਾਂ ਕਹੀਆਂ ਸੀ, ਸਿੱਖ ਭਾਰਤ 'ਚ ਗੁਲਾਮ, ਇਹ ਗੁਲਾਮੀ ਦਾ ਜੂੜਾ ਗਲੋਂ ਲਾਉਣਾ ਹੈ, ਨੰਬਰ 1। ਦੂਜਾ, ਇਹ ਗੁਲਾਮੀ ਦਾ ਜੂੜਾ ਗਲੋਂ ਲਾਉਣ ਲਈ ਸਾਰੀ ਕੌਮ ਨੂੰ ਇੱਕੋ ਕੇਸਰੀ ਨਿਸ਼ਾਨ ਹੇਠ ਮੁੱਠਣਾ। ਇਹ 2 ਗੱਲਾਂ ਦੋਵੇਂ ਕਹੀਆਂ। ਦੂਜੀ ਗੱਲ ਤੇ ਉਹਨਾਂ ਨੇ ਮਰਨ ਤੱਕ ਪਹਿਰਾ ਦਿੱਤਾ, ਮਰਨ ਤੱਕ। ਅਕਾਲੀਆਂ ਨਾਲ ਵਿਰੋਧ ਵੀ ਆਏ, ਉਹ ਵਿਰੋਧਾਂ ਨੂੰ ਕਦੇ ਵੀ ਉਹ ਦੁਫੇੜ ਤੱਕ ਨਹੀਂ ਲੈ ਕੇ ਗਏ, ਇੱਕ ਮਰਿਆਦਾ ਰੱਖੀ। ਮੈਨੂੰ ਪਤਾ ਪੱਤਰਕਾਰਾਂ ਨੇ ਜਾ ਕੇ ਬਹੁਤ ਵਾਰ ਉਹਨਾਂ ਤੋਂ ਸੰਤ ਲੌਂਗੋਵਾਲ ਦੇ ਖਿਲਾਫ ਬੁਲਾਉਣ ਦੀ ਕੋਸ਼ਿਸ਼ ਕੀਤੀ। ਉਹ ਕਹਿੰਦੇ ਸਾਡੇ ਲੀਡਰ ਨੂੰ, ਸਾਡੇ ਜੋ ਨਾਲ ਰੌਲੇ ਆ ਉਹ ਸਾਡੇ ਆਪਦੇ ਤੁਹਾਨੂੰ। ਈਵਨ ਜਦੋਂ ਉਹਦਾ ਬਹੁਤ ਪਿਆਰਾ ਸਾਥੀ ਸੁਰਿੰਦਰ ਸੋਢੀ ਮਾਰਿਆ, ਤੁਸੀਂ ਉਦਣ ਦਾ ਲੈਕਚਰ ਸੰਤਾਂ ਦਾ ਸੁਣੋ, ਕਿਉਂਕਿ ਸੋਢੀ ਉਹਦਾ ਰਾਈਟ ਹੈਂਡ ਮੈਨ ਜਿਵੇਂ ਕਹਿੰਦੇ ਨੇ, ਬਹੁਤ ਪਿਆਰਾ ਸਾਥੀ ਸੀ। ਉਹ ਮਾਰਿਆ ਵੀ ਇਹ ਸਾਫ਼ ਪਤਾ ਕਿਹਨਾਂ ਨੇ ਮਾਰਿਆ ਸੀ, ਅਕਾਲੀ ਦਲ ਦੇ ਅੰਦਰੋਂ ਕੁਝ ਬੰਦਿਆਂ ਨੇ ਸਾਜ਼ਿਸ਼ ਕਰਕੇ ਮਾਰਿਆ। ਉਦਣ ਸੰਤ ਪੂਰੇ ਗੁੱਸੇ ਤੇ ਰੋਜ਼ ਬੋਲੇ, ਪਰ ਉਦਣ ਵੀ ਉਹ ਕੀ ਕਹਿ ਰਹੇ ਨੇ ਕਿ 1 ਕਤਲ ਹੋਇਆ ਮੇਰਾ, ਇਹ 5 ਕਤਲਾਂ ਤੱਕ ਮੈਂ ਕੁਝ ਨਹੀਂ ਕਹਿੰਦਾ, 5 ਕਤਲ ਮੈਂ ਸਹਿਣ ਕਰੂੰ, 5 ਕਤਲਾਂ ਤੋਂ ਬਾਅਦ ਵੀ ਮੈਂ ਕੀ ਕਰਨਾ ਹੈ ਉਹ ਪੰਥ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ। ਇਹ ਨਹੀਂ ਮੇਰੇ ਅੰਦਰ ਕੀ ਉੱਠਦਾ, ਸਰਮੌਰ ਰੱਖੇ ਪੰਥ ਦੇ ਹਿੱਤ। ਮੈਨੂੰ ਜਥੇਦਾਰ ਟੌੜਾ ਨੇ ਦੱਸਿਆ, ਮੇਰੀ ਆਪਣੀ ਟੌੜੇ ਨਾਲ ਗੱਲਬਾਤ ਹੋਈ ਹੈ ਜਦ ਟੌੜਾ ਨਾਲ, ਕਿ ਜਦੋਂ ਆਖਰੀ ਮੌਕਾ ਆਇਆ, ਲੜਾਈ ਸ਼ੁਰੂ ਹੋ ਗਈ, ਤਾਂ ਜਥੇਦਾਰ ਟੌੜਾ ਤੇ ਲੌਂਗੋਵਾਲ ਕੋਲੇ 2 ਹਥਿਆਰਬੰਦ ਨੌਜਵਾਨ ਆਏ ਤੇ ਉਹਨਾਂ ਨੂੰ ਬੰਦੂਕਾਂ ਤਾਣ ਕੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਖਾਲਿਸਤਾਨ ਦਾ ਐਲਾਨ ਕਰੋ। ਅੱਜ ਸੰਤ ਲੌਂਗੋਵਾਲ ਨੂੰ ਤਾਂ ਕੋਈ ਸੁੱਝੀ ਨਾ ਗੱਲ, ਥੋੜਾ ਡਰ ਗਏ, ਪਰ ਟੌੜੇ 'ਚ ਇਹ ਪ੍ਰੈਜੈਂਸ ਆਫ ਮਾਈਂਡ ਸੀ। ਜਥੇਦਾਰ ਟੌੜਾ ਕਹਿੰਦੇ ਵੀ ਤੁਸੀਂ, ਸਾਡੇ ਐਲਾਨ ਦਾ ਕੋਈ ਫਰਕ ਨਹੀਂ ਪੈਣਾ, ਅਸੀਂ ਹੁਣ ਕੌਮ ਦੇ ਲੀਡਰ ਨਹੀਂ, ਤੇ ਜੇ ਤੁਸੀਂ ਐਲਾਨ ਕਰਾਉਣਾ ਹੀ ਹੈ ਤਾਂ ਸੰਤ ਜਰਨੈਲ ਸਿੰਘ ਤੋਂ ਕਰਾਓ। ਜੇ ਉਹ ਐਲਾਨ ਕਰ ਦੇਣਗੇ ਮੈਂ ਉਹਨੂੰ ਸੈਕੰਡ ਕਰੂੰ, ਇਹ ਥਰਡ ਕਰ, ਪਹਿਲਾਂ ਤੁਸੀਂ ਉਹਨਾਂ ਤੋਂ ਕਰਾਓ। ਉਦੋਂ ਵੀ ਸੰਤਾਂ ਨੇ ਨਾ ਉਹ ਟੌੜੇ ਦੇ ਖਿਲਾਫ ਬੋਲੇ, ਨਾ ਉਹ ਲੌਂਗੋ, ਮਰਨ ਤੱਕ। ਸੋ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਕੌਮ ਨੂੰ ਇੱਕ ਨਿਸ਼ਾਨ ਹੇਠ ਇਕੱਠੇ ਕਰਨਾ ਹੈ, ਉਹ ਤਨਾਅ ਝੱਲੇ, ਉਹਨਾਂ ਨੇ ਸਭ ਕੁਝ ਝੱਲੇ। ਉਹ ਇਹ ਨਹੀਂ ਸੀ ਮਨ 'ਚ ਜੋ ਆਇਆ, ਕਿਉਂਕਿ ਤਾਕਤ ਉਦੋਂ ਉਹਨਾਂ ਦੀ ਇੰਨੀ ਸੀ ਜੋ ਮਰਜ਼ੀ ਕਰ ਸਕਦੇ ਸੀ। ਸੋ ਕਈ ਵਾਰ ਨਾ ਸਾਨੂੰ ਬੜੇ ਮਿਸਰੈਪ੍ਰੈਜ਼ੈਂਟ ਹੋਏ ਨੇ ਸਾਡੇ ਆਪਦੇ ਬੰਦੇ। ਸੋ ਇਹਨੂੰ ਸਾਰੀਆਂ ਗੱਲਾਂ ਨੂੰ ਫੇਸ ਵੈਲਿਊ ਤੇ ਨਹੀਂ ਲੈਣਾ ਚਾਹੀਦਾ, ਗੋ ਡੀਪ ਇਨਟੂ। ਕਿਉਂਕਿ ਮੇਰਾ ਆਪਦਾ ਇੱਕ ਅਨੁਭਵ ਇਹ ਹੈ, ਮੈਂ ਬਹੁਤ ਉਹਦੇ ਕੱਟੜ ਦੁਸ਼ਮਣ ਤੋਂ, ਵਿਰੋਧੀ ਤੋਂ ਤੁਰ ਕੇ ਮੈਂ ਉੱਧਰ ਨੂੰ ਪਹੁੰਚਿਆ ਕਿ ਪ੍ਰੈਜੂਡਿਸਿਸ ਕਿਵੇਂ ਰੋਲ ਪਲੇ ਕਰਦੇ।
ਜਥੇਦਾਰ ਟੌੜਾ ਨੇ ਜਿੱਦੇ ਮੈਨੂੰ ਮਿਲਣ ਲਈ ਸੁਨੇਹਾ ਭੇਜਿਆ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ, ਤੇ ਮੈਂ ਇਨਕਾਰ ਕਰਤਾ ਸੀ। ਮੈਨੂੰ ਇੰਨੀ ਨਫ਼ਰਤ ਸੀ ਇਹ ਵੀ ਇਹਨੇ ਜੋ ਕੁਛ ਕੀਤਾ ਕੌਮ ਦਾ ਨੁਕਸਾਨ, ਤੇ ਪਹਿਲੀ ਵਾਰ ਮੈਨੂੰ ਕਰਤਾ ਤੇ ਉਹਨੇ ਜ਼ੋਰ ਪਾਇਆ। ਚਲੋ ਗੱਲਬਾਤ ਹੋਈ, ਉਹ ਮੈਨੂੰ ਗੱਲਬਾਤ ਕਰਕੇ ਲੱਗਿਆ ਮੈਂ ਕਿੰਨਾ ਗਲਤ ਸੋਚ ਰਿਹਾ ਸੀ। ਜਿੰਨਾ ਚਿਰ ਤੁਸੀਂ ਕਿਸੇ ਬੰਦੇ ਨਾਲ ਬਹਿ ਕੇ ਗੱਲ ਨਹੀਂ ਕਰਦੇ, ਉਹਦਾ ਪੱਖ ਨਹੀਂ ਸੁਣਦੇ, ਸਿਰਫ ਉਹਨੂੰ ਜਿਵੇਂ ਪੇਸ਼ ਕੀਤਾ ਗਿਆ ਮੀਡੀਆ ਜਾਂ ਵਿਰੋਧੀਆਂ ਨੇ, ਉਹਦੇ ਆਧਾਰ ਤੇ ਕਿਸੇ ਬਾਰੇ ਰਾਏ ਬਣਾ ਲੈਣੀ, ਇਹ ਸਾਡੇ 'ਚ ਇੱਕ ਕਮਜ਼ੋਰੀ ਹੈ। ਸੋ ਕਿਸੇ ਬਾਰੇ ਵੀ ਇਸ ਤਰ੍ਹਾਂ ਨਿਰਣਾ ਨਾ ਬਣਾਓ ਅਨਲੈਸ ਯੂ ਆਰ ਵੈਰੀ ਸ਼ੋਰ। ਇਤਿਹਾਸ ਦੇ ਪਾਤਰ ਨੂੰ ਵੱਡੇ, ਆਫਟਰ ਆਲ ਉਹਨਾਂ ਨੇ ਇਨਸਾਫ ਹੋਣਾ ਚਾਹੀਦਾ। ਜੇ ਗਲਤ ਨੂੰ ਤਾਂ ਗਲਤ ਕਹਿ ਦਿਓ, ਪਰ ਪਹਿਲਾਂ ਸੱਚ ਦੀ ਖੋਜ ਤਾਂ ਕਰੋ ਨਾ। ਸੋ ਇਹ ਇੱਕ ਸੈਂਸ ਆਫ ਰਿਸਪੌਂਸਿਬਿਲਿਟੀ। ਤੁਸੀਂ ਅੱਜ ਕੋਈ ਵੀ ਸ਼ਬਦ ਬੋਲਦੇ ਹੋ, ਕੋਈ ਵੀ ਸ਼ਬਦ ਲਿਖਦੇ ਹੋ ਵਿਦ ਫੁੱਲ ਸੈਂਸ ਆਫ ਰਿਸਪੌਂਸਿਬਿਲਿਟੀ। ਇਹ ਜੇ ਸਾਡੇ 'ਚ ਆ ਜੇ ਤਾਂ ਅੱਜ ਸਾਡੇ ਬਹੁਤ ਮਸਲੇ ਹੱਲ ਹੋ ਜਾਣ। ਬਹੁਤ ਮਸਲੇ ਪਏ ਜਿੰਨੇ ਹੋਰ ਬੁਲਾਰਿਆਂ ਨੇ ਮਤਲਬ ਇੱਥੇ ਉਠਾਏ ਨੇ, ਤੇ ਉਹਦੇ 'ਚ ਪਰ ਇਹ ਹੈ ਇੱਕ ਸੈਂਸ ਆਫ ਪ੍ਰਪੋਰਸ਼ਨ। ਸੰਤ ਜਰਨੈਲ ਸਿੰਘ ਨੂੰ ਵੀ ਪਤਾ ਸੀ ਮਸਲੇ ਬਹੁਤ, ਮਰਿਆਦਾ ਦਾ ਮਸਲਾ, ਦਸਮ ਗ੍ਰੰਥ ਦਾ ਮਸਲਾ, ਪਰ ਉਹਨਾਂ ਨੂੰ ਪਤਾ ਸੀ ਕਿ ਅੱਜ ਮੈਂ ਕਿਹੜੇ ਮਸਲੇ 'ਚ, ਬਾਕੀ ਛੱਡ ਦਿਓ, ਛੱਡੇ ਜਾਂਦੇ ਹੁੰਦੇ ਨੇ। ਇਹ ਜੀ ਕਿਹੜੀ ਗੱਲ, ਇਹ ਥੋੜਾ ਜੋ ਮੇਰੇ ਮਨ 'ਚ ਆ ਕੇ ਵੀ ਜੇ ਮੇਰੀ ਗੱਲ ਆ ਨਹੀਂ ਅੱਜ ਕੌਮ 'ਚ ਪੁੱਗਦੀ ਤੇ ਮੈਂ ਤਾਂ ਫਿਰ ਬਸ। ਇਹ ਆਪਦਾ ਜਿਹੜਾ ਮਨ ਮੁਖਤਾ ਹੈ ਨਾ, ਜਿਹੜੀ ਸਬਜੈਕਟਿਵਿਟੀ ਵੀ ਮੇਰੇ ਮਨ 'ਚ ਇਹ ਗੱਲ ਆ ਗਈ। ਤੁਸੀਂ ਓਵਰਆਲ ਸਿਚੁਏਸ਼ਨ ਦੇਖੋ, ਕੌਮ ਦੀ ਸਿਚੁਏਸ਼ਨ ਕੀ ਹੈ, ਇੰਟਰਸਟ ਕੀ ਡਿਮਾਂਡ ਕਰਦੇ ਨੇ, ਕੀ ਲਾਈਨ ਆਫ ਐਕਸ਼ਨ ਹੋਣੀ ਚਾਹੀਦੀ ਹੈ, ਉਸ ਰੇਸ਼ੋ 'ਚ ਰੱਖ ਕੇ ਸਾਰੇ ਮਸਲਿਆਂ ਨੂੰ ਸੋ ਟਰਾਈ ਟੂ ਹੈਂਡਲ ਇਟ। ਸੋ ਇੰਨੇ ਕੁ ਮੈਂ ਵਿਚਾਰ ਤੁਹਾਡੇ ਨਾਲ ਆਪਣੇ ਸਾਂਝੇ ਕੀਤੇ ਨੇ, ਤੇ ਮੇਰਾ ਕਾਫੀ ਸਮਾਂ ਹੋ ਗਿਆ। ਹੁਣ ਤੁਸੀਂ ਦੇਖ ਲਓ, ਜੇ ਤਾਂ ਬ੍ਰੇਕ ਤੋਂ ਬਾਅਦ ਦੁਬਾਰਾ ਬੈਠਣਾ ਆਪਾਂ ਤਾਂ ਨੇਚਰਲੀ ਮੈਨੂੰ ਪਤਾ ਹੈ ਮੇਰੀਆਂ ਬਹੁਤ ਸਾਰੀਆਂ ਗੱਲਾਂ ਨਾਲ ਜ਼ਰੂਰੀ ਨਹੀਂ ਬੰਦੇ ਸਹਿਮਤ ਹੋਣਗੇ, ਸਵਾਲ ਹੋਣੇ ਵੀ ਚਾਹੀਦੇ। ਤੇ ਮੇਰਾ ਇਹ ਤਜਰਬਾ ਹੈ, ਮੈਂ ਹੋਰ ਥਾਵਾਂ ਤੇ ਵੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਵਗੈਰਾ 'ਚ ਕੀਤਾ ਤੇ ਬੜਾ ਯੂਜ਼ਫੁਲ ਹੋਇਆ। ਇੰਟਰੈਕਟਿਵ ਵਨ ਵੇ ਟ੍ਰੈਫਿਕ ਨਹੀਂ ਚਾਹੀਦੀ। ਮੇਰੇ ਜੋ ਮਨ 'ਚ ਆਇਆ ਮੈਂ ਬੋਲ ਗਿਆ, ਇਹ ਨਹੀਂ। ਸੋ ਅੱਜ ਕੌਮ ਨੂੰ ਇਸ ਤਰ੍ਹਾਂ ਸਿਰ ਜੋੜ ਕੇ ਬੈਠਣ ਦੀ ਇਹ ਲੋੜ ਹੈ, ਪਰ ਇਹ ਹੈ ਵੀ ਪਹਿਲਾਂ ਗੰਭੀਰਤਾ ਦਾ ਪਤਾ ਲੱਗੇ ਕਿ ਸਾਡਾ ਸੰਕਟ ਬਹੁਤ ਵੱਡਾ, ਛੋਟਾ ਨਹੀਂ, ਜਿਹਨੂੰ ਕਹਿੰਦੇ ਨੇ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ। ਕੌਮ ਜਿਉਂਦੇ ਰਹਿਣ ਦਾ, ਕੌਮ ਦੇ ਤੌਰ ਤੇ ਇੱਕ ਧਰਮ ਨੂੰ ਆਪਦੇ ਨੂੰ ਉਹਦੇ ਅਸਲੀ ਰੂਪ ਦੇ ਵਿੱਚ ਜਿਉਂਦਾ ਰੱਖਣ ਦਾ ਇਹ ਮਸਲਾ। ਉਹ ਕਿਵੇਂ ਰੱਖਣਾ ਹੈ, ਇਹ ਸੰਕਟ ਦੀ ਗੰਭੀਰਤਾ ਨੂੰ ਪਛਾਣਿਆ ਜਾਵੇ। ਜਿਹੜਾ ਥ੍ਰੈਟ ਪਰਸੈਪਸ਼ਨ ਹੈ ਨਾ, ਉਹ ਇੱਕ ਹੋਣਾ ਚਾਹੀਦਾ ਸਾਡਾ। 18ਵੀਂ ਸਦੀ 'ਚ ਯੂਨਿਟੀ ਦਾ ਆਧਾਰ ਇਹ ਸੀ, ਸਾਰੀ ਕੌਮ ਨੂੰ ਪਤਾ ਸੀ ਖਤਰਾ ਕੀ ਹੈ। ਅੱਜ ਇਹ ਨਹੀਂ, ਕਈ ਨੂੰ ਇਹ ਲੱਗਦਾ ਵੀ ਐਂ ਵਧਾ ਕੇ ਦੇਖਿਆ, ਗੱਲ ਹੀ ਕੋਈ ਨਹੀਂ। ਉਹਦੇ ਵਾਸਤੇ ਫਿਰ ਪੜ੍ਹ ਲਓ, ਯਹੂਦੀਆਂ ਦਾ ਇਤਿਹਾਸ ਪੜ੍ਹ ਲਓ, ਅਰਮੀਨੀਆ ਦਾ ਪੜ੍ਹ ਲਓ, ਰਵਾਂਡਾ ਦਾ ਪੜ੍ਹ ਲਓ, ਜਿੰਨੇ ਪੜ੍ਹ ਲਓ ਸਾਰੇ। ਖਤਰਾ ਹਰ ਵੇਲੇ ਵਿਰਾਟ ਰੂਪ 'ਚ ਨਹੀਂ ਆਉਂਦਾ, ਉਹਦੀਆਂ ਮੱਧਮ ਤੇ ਛੁਪਵੀਆਂ ਜਿਹੜੀਆਂ ਰੂਪ ਨੇ ਉਹਨਾਂ ਨੂੰ ਵੀ ਪਛਾਣੋ। ਤੋ ਚਾਲ ਦੇਖੋ ਕਿੱਧਰ ਨੂੰ ਵੱਧ ਰਹੀ ਹੈ। ਸੋ ਮੈਂ ਤਾਂ ਜਦੋਂ ਟੀਵੀ ਤੇ ਖਬਰਾਂ ਦੇਖਦਾ, ਚੈਨਲਾਂ ਤੇ ਡਿਸਕਸ਼ਨਸ ਦੇਖਦਾ, ਮੈਂ ਡਰ ਲੱਗਦਾ। ਕਿੰਨੀ ਇੰਟੋਲਰੈਂਸ, ਕਿੰਨੀ ਐਰੋਗੈਂਸ, ਕਿੰਨੀ ਨਫ਼ਰਤ। ਅਟਾਰੀ ਬਾਰਡਰ ਤੇ ਜਾ ਕੇ ਜੋ ਕੁਛ ਕੀਤਾ ਜਾਂਦਾ ਹਰ ਰੋਜ਼, ਸਰਬਜੀਤ ਦੇ ਮਸਲੇ ਤੇ ਕਿਵੇਂ ਹੋਇਆ, ਮਤਲਬ ਕਿਵੇਂ ਇੱਕ ਪਾਸੜ ਹੋ ਕੇ ਸਾਰੀ ਗੱਲ ਨੂੰ ਵੀ ਨਫ਼ਰਤ ਭੜਕਾ ਕੇ। ਅੱਗੇ ਜੰਗਾਂ ਹੁੰਦੀਆਂ ਸੀ ਮਤਲਬ ਕਿਸੇ ਜਜ਼ਬੇ ਦੇ ਆਧਾਰ ਤੇ ਹੁੰਦੀਆਂ ਸੀ, ਦੇਸ਼ ਭਗਤੀ ਦਾ ਜਜ਼ਬਾ। ਸਿੱਖ ਲੜਦਾ ਸੀ ਭਾਵੇਂ ਫੌਜਾਂ ਦੇ ਵਿੱਚ ਹੀ, ਉਹ ਧਰਮ ਦਾ ਜਜ਼ਬਾ। ਅੱਜ ਕੋਸ਼ਿਸ਼ ਕੀ ਹੋ ਰਹੀ ਹੈ ਵੀ ਨਫ਼ਰਤ ਕਿੰਨੀ ਹੈ। ਇਹ ਜਿਹੜੀ ਨਫ਼ਰਤ ਵੰਡੀ ਜਾ ਰਹੀ ਹੈ ਨਾ, ਜ਼ਹਿਰ, ਇਹਨੇ ਸਮਾਜ ਦੀ ਬਹੁਤ ਤਬਾਹੀ ਕਰਨੀ ਹੈ। ਤੁਸੀਂ ਕ੍ਰਾਈਮ ਦਾ ਪ੍ਰੋਫਾਈਲ ਦੇਖੋ, ਕ੍ਰਾਈਮ ਹਰ ਸਮਾਜ 'ਚ ਹੁੰਦੇ ਸੀ। ਈਵਨ ਅੱਜ ਸਿੱਖ ਸਮਾਜ 'ਚ ਜਿਹੜੇ ਕ੍ਰਾਈਮ ਹੋ ਰਹੇ ਆ, ਉਹਦੀ ਨੇਚਰ ਦੇਖੋ ਕਿਸ ਕਿਸਮ। ਉਹ ਸਾਡੀ ਗਿਰਾਵਟ ਦੀ ਨਿਸ਼ਾਨੀ ਹੈ। ਸਪਿਰਚੁਅਲ ਡਿਕਲਾਈਨ ਤੇ ਮੋਰਲ ਡੀਗ੍ਰੇਡੇਸ਼ਨ। ਤੋ ਇਹਨੂੰ ਕਿੱਥੋਂ ਕਰਨਾ ਹੈ, ਉਹਦੇ 'ਚ ਆਪਾਂ ਚਲੋ ਹੋਰ ਵੀ ਗੱਲਾਂ ਕਰਨੀਆਂ, ਪਰ ਮੇਰੇ ਮੁਤਾਬਕ ਹੁਣ ਮੈਂ ਆਪਣੀ ਗੱਲ ਖਤਮ ਕਰਦਾ। ਮੇਰੇ ਮੁਤਾਬਕ ਇਹ ਵੀ ਅੱਜ ਕੋਈ ਜੰਗ ਲੜਨ ਦਾ ਵੇਲਾ ਨਹੀਂ। ਮੈਂ ਇਹ ਨਹੀਂ ਕਹਿੰਦਾ ਕੋਈ ਹਥਿਆਰ ਚੁੱਕ ਲਓ। ਜੋ ਕੰਮ ਸੰਤਾਂ ਨੇ ਪਹਿਲਾਂ ਕੀਤਾ, ਸੰਤਾਂ ਨੇ ਲੋਕਾਂ ਨੂੰ ਤਾਂ ਇਹ ਹੈ ਵੀ ਸੰਤ ਜਰਨੈਲ ਸਿੰਘ ਉੱਠਿਆ ਤੇ ਉਹਨੇ ਬੰਦੇ ਮਾਰਨੇ ਸ਼ੁਰੂ ਕਰਤੇ। ਇਹ ਨਹੀਂ, ਕਿੰਨੇ ਸਾਲ ਉਹਨਾਂ ਨੇ ਪਹਿਲਾਂ ਧਰਮ ਪ੍ਰਚਾਰ ਕੀਤਾ। ਸਪਿਰਚੁਅਲ ਰਿਸਰਜੈਂਸ ਕੌਮ 'ਚ। ਅੱਜ ਕੌਮ ਦੀ ਸਾਰੀ ਜਿਹੜੀ ਗਿਰਾਵਟ ਦਾ ਕਾਰਨ ਹੈ, ਭਾਵੇਂ ਵਿਦਵਾਨਾਂ ਦਾ, ਭਾਵੇਂ ਸਾਡੇ ਧਰਮ ਵਾਲਿਆਂ ਦਾ,
ਧਾਰਮਿਕ ਹਸਤੀਆਂ ਤੋਂ ਲੈ ਕੇ ਸਿਆਸਤਦਾਨਾਂ ਤੋਂ ਲੈ ਕੇ ਵਿਦਵਾਨਾਂ ਤੱਕ ਜਿਹੜਾ ਕਿਰਦਾਰ ਇੰਨਾ ਸਾਡਾ ਅੱਜ ਮਾੜਾ ਨਿਕਲ ਰਿਹਾ ਹੈ, ਉਹਦਾ ਕਾਰਨ ਇਹ ਹੈ ਵੀ ਜਿਹੜੀ ਸਪਿਰਚੁਅਲ ਡਿਕਲਾਈਨ। ਸੋ ਜੇ ਸਾਡੇ ਚੋਂ ਸਪਿਰਿਟ ਨਹੀਂ ਆਉਂਦੀ ਰੂਹਾਨੀ, ਤੇ ਸੰਤ ਨੇ ਪਹਿਲਾਂ ਬਹੁਤ ਮਿਹਨਤ ਕਰਕੇ ਪਿੰਡ ਪਿੰਡ ਜਾ ਕੇ ਕੌਮ ਨੂੰ ਉੱਥੋਂ ਖੜਾ ਕੀਤਾ, ਉਹ ਸਪਿਰਿਟ ਜਗਾਈ, ਆਪਦੇ ਜਿਹੜੇ ਆਤਮਿਕ ਸੋਮੇ ਆ ਕੌਮ ਦੇ ਉਹਦੇ ਨਾਲ ਜੋੜਤਾ ਕੌਮ। ਸਾਨੂੰ ਪਤਾ ਵੀ ਆਈ ਵਿਟਨੈਸ ਕਿ ਅਸੀਂ ਦੇਖਦੇ ਸੀ ਕਾਲਜ ਦੇ ਵਿੱਚ 1000 ਮੁੰਡੇ ਚੋਂ 3 ਮੁੰਡੇ ਮਸਾਂ ਦਾੜੀ ਕੇਸ ਵਾਲੇ ਨਿਕਲਦੇ ਸੀ। ਹਾਲਤ ਕੀ ਹੋ ਗਈ ਸੀ, ਤੇ ਵਿਦਿਨ ਸ਼ਾਰਟ ਟਾਈਮ ਸਿਚੁਏਸ਼ਨ ਇੱਕਦਮ ਬਦਲ ਗਈ ਸੀ। ਇਹ ਸੀ ਵੀ ਉਹ ਸਪਿਰਿਟ ਪੈਦਾ ਕਰਤੀ ਸੀ ਬਿਨਾਂ ਕੋਈ ਬੰਦਾ ਮਾਰੇ ਪਹਿਲਾਂ। ਸੋ ਉਹ ਜਿਹੜਾ ਅੱਜ ਕੰਮ ਹੈ ਕਿ ਅਸੀਂ ਸਪਿਰਚੁਅਲ ਰਿਸਰਜੈਂਸ ਜਾਂ ਰੀਜਨਰੇਸ਼ਨ ਉਹ ਕਿਵੇਂ ਕਰੀਏ, ਇਹ ਮਸਲਾ ਬਹੁਤ ਵੱਡਾ ਹੈ। ਉਦੋਂ ਬਿਨਾਂ ਸਾਡੀ ਨਾ ਸਾਡੀਆਂ ਪੜ੍ਹਾਈਆਂ ਕੰਮ ਆਉਣੀਆਂ, ਨਾ ਸਾਡੀਆਂ ਲਿਆਕਤਾਂ ਕੰਮ ਆਉਣੀਆਂ। ਸਾਡੇ ਵਿਦਵਾਨ ਹੰਕਾਰੀ ਬਣ ਜਾਣਗੇ, ਸਾਡੇ ਸਿਆਸਤਦਾਨ ਲਾਲਚੀ ਬਣ ਜਾਣਗੇ, ਸਾਡੇ ਧਾਰਮਿਕ ਹਸਤੀਆਂ ਦੰਭੀ ਬਣ ਜਾਣਗੀਆਂ, ਉਹਦਾ ਕੌਮ ਨੂੰ ਕੋਈ ਫਾਇਦਾ। ਸੋ ਇੰਨੀ ਗੱਲ ਕਰਦਾ ਹੋਇਆ ਮੈਂ ਬੰਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਹਿਸਟੋਰੀਅਨ ਸਰਦਾਰ ਅਜਮੇਰ ਸਿੰਘ ਨੇ ਜੋ ਦਾਸਤਾਨ ਦੱਸੀ, ਉਸ ਤੋਂ ਬਾਅਦ ਮੈਂ ਮੁਨਾਸਿਬ ਨਹੀਂ ਸਮਝਦਾ ਕਿ ਮੈਨੂੰ ਕੁਝ ਵੀ ਬੋਲਣ ਦੀ ਲੋੜ ਹੈ। ਮੈਂ ਸਿਰਫ ਇੰਨੀਆਂ ਬੇਨਤੀਆਂ ਤੁਹਾਨੂੰ ਕਰਾਂਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਤਾਂ ਜੋ ਹਰ ਕਿਸੇ ਤੱਕ ਇਹ ਆਵਾਜ਼ ਪਹੁੰਚ ਸਕੇ ਕਿ ਆਖਿਰ ਸਿੱਖ ਕੌਮ ਦੇ ਨਾਲ ਅਜਿਹਾ ਦੁਖਾਂਤ ਵਾਪਰਿਆ ਕਿਉਂ, ਤੇ ਆਖਿਰ ਕਿਉਂ ਜ਼ਰੂਰਤ ਹੈ ਮੁੜ ਖਾਲਸਾ ਰਾਜ ਦੀ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।